आओ ਸਰਬੱਤ ਸੰਗਤਾਂ ਸਭ ਤੋਂ ਪਹਿਲਾਂ ਮੂਲ ਮੰਤਰ ਦਾ ਪਾਠ ਕਰੀਏ। ਬੜੀ ਦੇਰ ਹੋ ਗਈ ਆਪਾਂ ਨੂੰ ਕੰਨਾਂ ਨੂੰ ਪਵਿੱਤਰ ਕਰਦਿਆਂ ਹੋਇਆਂ, ਔਰ ਰਸਨਾਂ ਨੂੰ ਵੀ ਨਾਲ ਪਵਿੱਤਰ ਕਰੀਏ ਪਾਠ ਕਰਦੇ ਹੋਏ। ਸਰਬੱਤ ਸੰਗਤਾਂ ਗੱਜ ਵੱਜ ਕੇ ਜਪੋ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ, ਜਿਸ ਪਾਸ ਬੈਠਿਆ ਸੋਹੀ ਹੈ, ਸਭਨਾ ਦਾ ਵੇਸਾਹੁ। ਗੁਰੂ ਗਰੀਬ ਨਿਵਾਜ ਅੰਤਰਜਾਮੀ ਭਗਤ ਵਛਲ, ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਆਓ ਸਰਬੱਤ ਸੰਗਤਾਂ ਝੁਕਾਓ ਸੀਸ ਗੁਰਾਂ ਦੇ ਅੱਗੇ, ਬੁਲਾਓ ਗੱਜ ਵੱਜ ਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਹੀ ਪਿਆਰ ਸ਼ਰਧਾ ਦੇ ਨਾਲ ਅੱਜ ਜੋ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਅਗਲੇ ਸਾਲ 550 ਸਾਲਾ ਪਾਵਨ ਪ੍ਰਕਾਸ਼ ਪੁਰਬ ਆ ਰਿਹਾ ਹੈ, ਉਸ ਨੂੰ ਸਮਰਪਿਤ ਅਤੇ ਸੰਤ ਬਾਬਾ ਈਸਰ ਸਿੰਘ ਜੀ ਦੇ ਸਬੰਧ ਵਿੱਚ ਔਰ ਬਾਬਾ ਜੰਗ ਸਿੰਘ ਜੀ ਦੀ ਸ਼ਹੀਦੀ ਦੇ ਸੰਬੰਧ ਵਿੱਚ ਉਹਨਾਂ ਨੂੰ ਯਾਦ ਕਰਨ ਹਿੱਤ ਆਪਾਂ ਸਭ ਇਕੱਤਰ ਹੋਏ ਹਾਂ। ਆਪੋ ਆਪਣੇ ਵਿਚਾਰ ਸਾਰਿਆਂ ਨੇ ਰੱਖੇ ਨੇ, ਕੀਰਤਨੀਆਂ ਨੇ ਆਪਣੇ ਢੰਗ ਦੇ ਨਾਲ ਸੰਗਤ ਨੂੰ ਜੋੜਿਆ। ਬਾਣੀ ਦੇ ਅੰਦਰ ਸਤਿਗੁਰਾਂ ਨੇ ਅੰਮ੍ਰਿਤ ਰਸ ਦੀ ਦਾਤ ਬਖਸ਼ਿਸ਼ ਕੀਤੀ ਹੈ। ਸੋ ਰਸ 6 ਪ੍ਰਕਾਰ ਦੇ ਜਿਹੜੇ ਹਨ, ਜਿਵੇਂ ਦਸਮ ਗ੍ਰੰਥ ਵਿੱਚ ਬੀਰ ਰਸ ਗੁਰਾਂ ਨੇ ਬਖਸ਼ਿਸ਼ ਕੀਤਾ ਹੈ, ਕਿਤੇ ਰੌਦਰ ਰਸ ਵੀ ਆਇਆ ਹੈ, ਕਿਤੇ ਆਤਮਕ ਰਸ ਵੀ ਆਇਆ ਹੈ, ਕਿਤੇ ਕਰੁਣਾ ਰਸ ਵੀ ਆਇਆ ਹੈ। ਇਹ ਸਾਰੇ ਪ੍ਰਕਾਰ ਦੇ ਰਸਾਂ ਦੇ ਵਿੱਚ ਆਪੋ ਆਪਣੇ ਜੋ ਹਨ ਬੁਲਾਰੇ ਬੋਲਦੇ ਹਨ। ਸੋ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਹੁਣਾਂ ਨੇ ਬੀਰ ਰਸ ਦੇ ਵਿੱਚ ਜੋ ਬਚਨ ਕੀਤੇ ਬਾਣੀ ਦੇ ਰਾਹੀਂ, ਉਹਨਾਂ ਦੀ ਵਿਆਖਿਆ ਬਾਬਾ ਅਮਰਜੀਤ ਸਿੰਘ ਜੀ ਭੋਲਾ ਜੀ ਨੇ ਦੱਸੀ ਆਪਾਂ ਨੂੰ। ਇਹ ਜੋ ਸੁਣ ਰਹੇ ਹਾਂ, ਸੁਣਨਾ ਹੀ ਕਾਫੀ ਨਹੀਂ ਹੁੰਦਾ, ਇਹਦੇ ਉੱਤੇ ਫਿਰ ਵਿਚਾਰ ਹੁੰਦੀ। ਸੋ ਜਿਨ੍ਹਾਂ ਨੇ ਪਹਿਲਾਂ ਜਾਣਿਆ ਆਪਣੇ ਆਪ ਨੂੰ ਅੰਦਰੋਂ, ਮੈਂ ਕੀ ਹਾਂ, ਕੌਣ ਹਾਂ, ਕਿੱਥੋਂ ਆਇਆ ਹਾਂ, ਕਿੱਥੇ ਜਾਣਾ ਹੈ, ਜਿਨ੍ਹਾਂ ਨੇ ਗੁਰਬਾਣੀ ਦੇ ਰਾਹੀਂ ਜਾਣਿਆ ਹੈ ਕਿ 84 ਲੱਖ ਜੂਨ ਹੈ, ਉਹਦੇ ਵਿੱਚੋਂ ਸ਼੍ਰੋਮਣੀ ਮਨੁੱਖਾ ਦੇਹੀ ਹੈ, ਅਤੇ ਮਨੁੱਖਾ ਦੇਹੀ ਦੇ ਵਿੱਚ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਸਾਧ ਸੰਗਤ ਵਿੱਚ ਆ ਕੇ ਆਪਣੇ ਸਰੂਪ ਨੂੰ ਜਾਣਨਾ, ਆਪਣੀ ਅਸਲੀਅਤ ਨੂੰ ਜਾਣ ਲੈਣਾ। ਜਿੱਥੇ ਕੋਈ ਵੀ ਗੁਰੂ ਘਰ ਦੀ ਸੇਵਾ ਦਾ ਬਚਨ ਹੈ ਜਾਂ ਸ਼ਹੀਦੀ ਦਾ ਬਚਨ ਕੀਤਾ ਜਾਂਦਾ, ਜਿੱਥੇ ਸਿਮਰਨ ਦੀ ਗੱਲ ਕੀਤੀ ਜਾਂਦੀ ਹੈ, ਜਿੱਥੇ ਰਜਾ ਵਿੱਚ ਰਾਜੀ ਰਹਿਣ ਦੀ ਗੱਲ ਕੀਤੀ ਜਾਂਦੀ ਹੈ,
ਉਹ ਗੁਰੂ ਸਾਹਿਬ ਨੇ ਆਪਾਂ ਨੂੰ ਸ਼ੁਰੂ ਤੋਂ ਲੈ ਕੇ ਸੇਵਾ, ਗੁਰੂ ਨਾਨਕ ਦੇਵ ਜੀ ਨੇ ਬਖਸ਼ਿਸ਼ ਕੀਤੀ ਸਿਮਰਨ, ਗੁਰਬਾਣੀ ਨੂੰ ਸੰਸਾਰ ਦੇ ਉੱਤੇ ਪ੍ਰਗਟ ਕਰਨ ਵਾਲੇ ਗੁਰੂ ਨਾਨਕ ਦੇਵ ਜੀ ਨੇ ਆਪ ਕੀਰਤਨ ਨੂੰ ਪ੍ਰਗਟ ਕੀਤਾ। ਜਿੱਥੇ ਪਹਿਲਾਂ ਜੋ ਸ਼ਬਦ ਤੋਂ ਪਹਿਲਾਂ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ ਸੀ, ਮੁੱਲਾਂ ਪ੍ਰਤੀ ਸ਼ਬਦ ਉਚਾਰਨ ਵੀ ਕਰਨਾ ਅਤੇ ਵਿਆਖਿਆ ਵੀ ਕਰਨੀ ਹੈ। ਕੀਰਤਨ ਜਿਹੜਾ ਸੀ ਉਹ ਭਾਈ ਮਰਦਾਨਾ ਜੀ ਨੂੰ ਭੇਜ ਕੇ, ਇੱਕ ਫਿਰੰਦਾ ਨਾਮੇ ਰਬਾਬੀ ਸੀ ਜੋ ਜਿਸ ਨੂੰ ਇਹ ਕਿਹਾ ਸੀ ਭਾਈ ਮਰਦਾਨਾ ਜੀ ਨੂੰ, ਉਹ ਰਬਾਬ ਉੱਥੋਂ ਲੈ ਕੇ ਆਉਣੀ ਹੈ, ਫਲਾਣੇ ਥਾਂ 'ਤੇ ਜਾ ਕੇ ਮਿਲੇਗਾ। ਕਹਿੰਦੇ ਮਹਾਰਾਜ ਮੈਂ ਉਹਨੂੰ ਪਛਾਣਾਂਗਾ ਕਿਵੇਂ? ਕਹਿੰਦੇ ਤੁਸੀਂ ਉੱਥੇ ਬੈਠ ਜਾਣਾ ਸੋਹਣੀ ਦਰਖਤਾਂ ਦੀ ਛਾਂ ਥੱਲੇ, ਆ ਜਗ੍ਹਾ ਦੇ ਉੱਤੇ ਪਹੁੰਚ ਕੇ ਉਹ ਆਪ ਹੀ ਆਵੇਗਾ ਦੇਣ ਤੁਹਾਨੂੰ। ਉਹ ਪ੍ਰਗਟ ਹੋਇਆ ਅਤੇ ਉਹਨੇ ਆ ਕਰਕੇ ਉਹ ਰਬਾਬ ਜਦੋਂ ਦਿੱਤੀ, ਉਹਨੇ ਕਿਹਾ ਬੜੇ ਅੱਖਰ ਸੁਣਨੇ ਆ ਕਿ ਬੜੇ ਯੁੱਗਾਂ ਤੋਂ ਮੇਰੀ ਇੱਛਾ ਸੀ ਇਹ ਕਿ ਇਹ ਜਦੋਂ ਨਿਰੰਕਾਰ ਜੀ ਦੁਨੀਆ ਦੇ ਉੱਤੇ ਆਉਣਗੇ, ਇਹ ਰਬਾਬ ਮੈਂ ਉਹਨਾਂ ਨੂੰ ਭੇਟਾ ਕਰਾਂਗਾ। ਭਾਈ ਮਰਦਾਨਾ ਜੀ ਨੂੰ ਬੜੀ ਹੈਰਾਨਗੀ ਜੀ ਹੋਈ ਕਿ ਯੁੱਗਾਂ ਤੋਂ ਖੈਰ ਰਬਾਬ ਲੈ ਕੇ ਜਦੋਂ ਗੁਰੂ ਸਾਹਿਬ ਜੀ ਕੋਲ ਪਹੁੰਚੇ, ਮਹਾਰਾਜ ਜੀ ਨੂੰ ਕਹਿਣ ਲੱਗੇ ਮਹਾਰਾਜ ਇਹ ਮੈਨੂੰ ਤਾਂ ਵਜਾਉਣੀ ਵੀ ਨਹੀਂ ਆਉਂਦੀ ਹੈ, ਇਹ ਵਜਾਉਣੀ ਕਿੱਦਾਂ? ਕਹਿੰਦੇ ਮਰਦਾਨਾ ਇਹ ਤਾਂ ਰਬਾਬ ਐਸੀ ਹੈ, ਪਕੜ ਕੇ ਬਸ ਬੈਠ ਹੀ ਜਾਣਾ, ਅਸੀਂ ਕੀਰਤਨ ਕਰਾਂਗੇ ਜਦੋਂ ਸ਼ਬਦ ਦਾ ਆਪਣੇ ਆਪ ਵੱਜੇਗੀ। ਇਹ ਇਹਦੀ ਖੂਬੀ ਹੈ, ਇਹ ਵੱਜਦੀ ਵੀ ਰਹੀ ਹੈ ਹੁਣ ਤੱਕ। ਇੱਕ ਪਰਿਵਾਰ ਨੂੰ 6ਵੇਂ ਪਾਤਸ਼ਾਹ ਨੇ ਰਬਾਬ ਬਖਸ਼ਿਸ਼ ਕੀਤੀ ਸੀ, ਉਹ ਹੁਣ ਤੱਕ ਵੱਜਦੀ ਵੀ ਰਹੀ ਹੈ। ਕੁਛ ਉਹਦੀਆਂ ਸ਼ਰਤਾਂ ਸੀ ਵੀ ਉਹਨੂੰ ਛੇੜਨਾ ਨਹੀਂ, ਆਹ ਨਹੀਂ ਕਰਨਾ, ਪਰ ਪਰਿਵਾਰ ਦੇ ਅੱਗੇ ਅੱਗੇ ਜਿਵੇਂ ਪਹਿਲੇ ਤਾਂ ਸੀ ਸ਼ਰਧਾ ਵਾਲੇ, ਬਾਅਦ ਦੇ ਵਿੱਚ ਸ਼ਰਧਾ ਦੇ ਨਾਲ ਘਟਦਿਆਂ ਉਹਦੇ ਵਿੱਚ ਕਮੀ ਆਈ, ਉਸ ਗੱਲ ਦੇ ਵਿੱਚ ਕੋਈ ਬੇਅਦਬੀ ਹੋ ਗਈ ਤਾਂ ਉਹ ਵੱਜਣੋਂ ਹਟ ਗਈ। ਇਹ ਗੱਲ ਉਸੇ ਤਰ੍ਹਾਂ ਹੀ ਜਿਵੇਂ ਭਾਈ ਗੁਰਦਾਸ ਜੀ ਨੇ ਕਿਹਾ ਸੀ ਮਹਾਰਾਜ 5ਵੇਂ ਪਾਤਸ਼ਾਹ ਨੂੰ ਕਿ ਮਹਾਰਾਜ ਦਾਸ ਤਾਂ ਬਾਣੀ ਲਿਖਣ ਜੋਗਾ ਹੈ ਨਹੀਂ, ਤੁਸੀਂ ਮੈਨੂੰ ਕਹਿ ਤਾਂ ਦਿੱਤਾ ਕਿ ਆਪਾਂ ਇਹ ਬਾਣੀ ਸਾਰੀ ਲਿਖਣੀ ਹੈ। ਮਹਾਰਾਜ ਜੀ ਦਾਸ ਨੂੰ ਤਾਂ ਕੁਛ ਵੀ ਨਹੀਂ ਆਉਂਦਾ ਹੈ, ਨਿਮਰਤਾ ਸੀ ਉਹਨਾਂ ਦੀ। ਵੈਸੇ ਤਾਂ ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ ਕਿ ਇਹ ਕਲਮ ਸਿਰਫ ਦਵਾਤ ਦੇ ਵਿੱਚੋਂ ਡੋਭਾ ਲਾ ਕੇ ਇਹ ਕਲਮ ਫੜਨੀ ਆ, ਬਸ ਕਲਮ ਨੇ ਖੁਦ ਹੀ ਚੱਲੀ ਜਾਣਾ, ਤੁਸੀਂ ਕੁਛ ਨਹੀਂ ਕਰਨਾ। ਇਹੀ ਭਾਈ ਮਨੀ ਸਿੰਘ ਨੇ ਵੀ ਕਿਹਾ ਸੀ 64 ਸਾਲ ਦੀ ਉਮਰ ਵਿੱਚ, ਜਦੋਂ ਭਾਈ ਮਨੀ ਸਿੰਘ ਨੂੰ ਲਿਖਾਰੀ ਲਾਇਆ ਸੀ ਸ੍ਰੀ ਦਮਦਮਾ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੰਪੂਰਨ ਅੰਤਰਜਾਮਤਾ ਨਾਲ ਲਿਖਾਇਆ ਸੀ ਕਿ ਤੁਸੀਂ ਪਕੜ ਕੇ ਹੀ ਬੈਠਣਾ, ਬਸ ਚੱਲੇਗੀ ਆਪੇ ਹੀ। ਜੋ ਇਹ ਗੁਰੂ ਸਾਹਿਬ ਦੀ ਹੁਣ ਵੀ ਸਭ ਕੁਝ ਹੋ ਸਕਦਾ, ਹੁਣ ਕਮੀਆਂ ਸਾਡੇ ਜੀਵਨ ਵਿੱਚ ਨੇ, ਸਾਡੀ ਰਹਿਤ ਵਿੱਚ ਨੇ, ਸਾਡੀ ਮਰਿਆਦਾ ਵਿੱਚ ਨੇ। ਇਸੇ ਕਰਕੇ ਹਰ ਚੀਜ਼ ਨੂੰ ਮੈਂ ਸੁਣਦਾ ਬੜੇ ਧਿਆਨ ਨਾਲ, ਰਾਗੀ ਸਿੰਘਾਂ ਦਾ ਵੀ ਸੁਣਦਾ ਸੀ, ਢਾਡੀਆਂ ਨੂੰ ਵੀ ਸੁਣਦੇ ਆ, ਕਥਾਵਾਚਕਾਂ ਨੂੰ ਵੀ ਸੁਣਦੇ ਆ। ਗੱਲ ਤਾਂ ਹੋ ਜਾਂਦੀ ਬਹੁਤ ਵੱਡੀ ਉਹ, ਪਰ ਉਹਦੇ ਵਿੱਚ ਮੂਲ ਉਹੀ ਹੈ ਜੋ ਬਾਬਾ ਭੋਲਾ ਜੀ ਨੇ ਆਪਾਂ ਨੂੰ ਦੱਸਿਆ। ਮੈਨੂੰ ਪਤਾ ਨਹੀਂ ਉਰੇ ਕੀ ਕਹਿੰਦੇ ਸੀ, ਜਦੋਂ ਬੰਬੇ ਇਕੱਠੇ ਹੁੰਦੇ ਸੀ ਉਦੋਂ ਇਹ ਵੀ ਕਥਾ ਕਰਦੇ ਹੁੰਦੇ ਸੀ ਉੱਥੇ, ਮੈਂ ਵੀ ਅਸੀਂ ਫਿਰ ਮਿਲ ਕੇ ਮਹੀਨਾ ਇਕੱਠੇ ਹੀ ਬੰਬੇ ਦੇ ਵਿੱਚ ਵਿਚਰਨਾ, ਉਹ ਪੁਰਾਣੀਆਂ ਗੱਲਾਂ ਯਾਦ ਕਰਾ ਰਹੇ ਸੀ। ਮੈਂ ਕਿਹਾ ਭੁੱਲ ਸਕਦੀ ਕਿਤੇ? ਬਾਬਾ ਜੀ ਨੇ ਕਹਿਣਾ ਵੀ, ਮੈਂ ਕਿਹਾ ਬਾਬਾ ਜੀ ਤੁਸੀਂ ਸਿੱਧੀਆਂ ਸਾਖੀਆਂ ਸੁਣਾਉਂਦੇ ਹੋ। ਕਹਿੰਦੇ ਇਹਨਾਂ ਨੂੰ ਸਮਝ ਹੀ ਇਹ ਆਉਂਦੀਆਂ, ਕਹਿੰਦੇ ਲੱਲੂ ਕਰੇ ਕਲੱਲੀਆਂ ਰੱਬ ਸਿੱਧੀਆਂ ਪਾਵੇ। ਇਹਨਾਂ ਦੀ ਗੱਲ ਫਿਰ ਉਹ ਮੇਰੇ ਅੰਦਰ ਹੀ ਬੈਠ ਗਈ ਆ, ਇਹ ਬਾਬਾ ਜੀ ਦੀ ਗੱਲ ਸਹੀ ਹੈ ਵੀ ਲੱਲੂ ਨੇ ਤਾਂ ਕਲੱਲੀਆਂ ਹੀ ਕਰਨੀਆਂ, ਰੱਬ ਨੇ ਹੀ ਸਿੱਧੀਆਂ ਪਾਉਣੀਆਂ। ਸੋ ਇਹਨਾਂ ਨੇ ਆਪਾਂ ਨੂੰ ਜਿਹੜੀ ਗੱਲ ਕਹੀ ਵੀ ਪਹਿਲਾਂ ਸਭ ਤੋਂ ਆਪਣੇ ਅੰਦਰ ਨੂੰ ਜਾਣਾ ਹੁੰਦਾ। ਆਹ ਜਿਹੜਾ 5 ਤੱਤਾਂ ਦਾ ਸਰੀਰ ਹੈ, ਇਹਨੂੰ ਸਮਝਣਾ ਇਹ ਕੀ ਹੈ, ਇਹ ਕੀ ਕਰਦਾ, ਕਿਵੇਂ ਚੱਲਦਾ, ਕੌਣ ਚਲਾਉਂਦਾ। 5 ਕੋਸ਼ ਹੈ ਇਸ ਸਰੀਰ ਦੇ ਵਿੱਚ, 5 ਤੱਤ ਨੇ ਤੇ 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ ਹੈ। ਪਹਿਲਾਂ ਉਸ ਚੀਜ਼ ਨੂੰ ਆਪਾਂ
ਜੋ ਗੁਰੂ ਸਾਹਿਬ ਕਹਿੰਦੇ ਨੇ, ਜਿਨ੍ਹਾਂ ਨੂੰ ਆਪਾਂ ਬਹੁਤ ਸਤਿਕਾਰ ਨਾਲ ਝੁਕ ਕੇ ਸੀਸ ਝੁਕਾ ਕੇ ਮੱਥਾ ਟੇਕਦੇ ਹਾਂ ਹਰ ਥਾਂ 'ਤੇ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕਿ ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਜਦੋਂ ਗੁਰਬਾਣੀ ਦੀ ਕਹੀ ਹੋਈ ਬਚਨ ਕੋਈ ਨੂੰ ਸੇਵਕ ਮੰਨਦਾ ਹੈ, ਉਹ ਪੜ੍ਹਨ ਨੂੰ ਭਾਵੇਂ ਜਿੱਦਾਂ ਮਰਜ਼ੀ ਪੜ੍ਹੀ ਜਾਓ ਵੀ ਹਾਂ ਪੜ੍ਹ ਲਈ ਪੰਗਤੀ, ਇਹਦਾ ਡੂੰਘਾ ਅਰਥ ਕੱਢਣਾ ਹੈ। ਜੋ ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਹਿਲਾਂ ਤਾਂ ਸੁਣਿਆ ਦੀਆਂ 4 ਪੌੜੀਆਂ ਨੇ, ਸੁਣਨਾ, ਜੇ ਸੁਣਿਆ ਤਾਂ ਮੰਨੇ ਦੀਆਂ 4 ਪੌੜੀਆਂ, ਫਿਰ ਮੰਨਣ ਕਰਨਾ, ਫਿਰ ਉਹਦੇ ਉੱਤੇ ਆਪਣਾ ਅਮਲ ਕਰਨਾ। ਮਹਾਰਾਜ ਨੇ ਜਿਵੇਂ ਬੜੇ ਜਿਹੜੇ ਰਿਸ਼ੀ ਮੁਨੀ ਗੁਰੂ ਘਰ ਦੇ ਵਿੱਚ ਵੀ ਬੜੀਆਂ ਪਹੁੰਚੀਆਂ ਹਸਤੀਆਂ, ਜਿਹੜੇ ਅਭਿਆਸੀ ਮਹਾਂਪੁਰਸ਼ ਨੇ ਬਹੁਤ, ਕਿਉਂਕਿ ਤੁਹਾਡੀਆਂ ਆਪਣੀਆਂ ਤਰ੍ਹਾਂ ਦੀਆਂ ਸੰਗਤਾਂ, ਸਾਡੀਆਂ ਆਪਣੇ ਤਰ੍ਹਾਂ ਦੀਆਂ ਸੰਗਤ ਜਿਨ੍ਹਾਂ ਨਾਲ ਹੁੰਦੀ। ਮਹਾਂਪੁਰਸ਼ਾਂ ਨੇ ਇਹੀ ਵਚਨ ਕਿਹਾ ਸੀ, ਕਿਉਂਕਿ ਵੀ ਜੇ ਸੁਰਤ ਜੁੜਦੀ ਨਹੀਂ ਹੈ, ਜੋੜ ਨਹੀਂ ਹੋਵੇ, ਇਹ ਹੁਣ ਕਈ ਚੀਜ਼ਾਂ ਹੁੰਦੀਆਂ ਵੀ ਕਈ ਕਹਿੰਦੇ ਸਟੇਜ 'ਤੇ ਨਾ ਦੱਸਿਆ ਕਰੋ। ਹੁਣ ਇਹ ਜਿਹੜੀ ਇੱਕ ਜਾਣੇ ਨੂੰ ਸੁਣਾਵਾਂਗੇ ਤਾਂ ਇੱਕ ਤੱਕ ਹੀ ਸੀਮਤ ਰਹਿਣੀ ਹੈ। ਜੇ ਇੱਕ ਵਾਰ ਹੁਣ ਸੁਣਾਤੀ ਤਾਂ ਲੱਖਾਂ ਸੰਗਤਾਂ ਨੂੰ ਉਹ ਚੀਜ਼ ਦਾ ਫਿਰ ਲਾਭ ਹੋ ਜਾਂਦਾ। ਮੈਂ ਇਸ ਚੀਜ਼ ਨੂੰ ਕਰਕੇ ਸਾਰੀ ਚੀਜ਼ ਸੁਣਾ ਹੀ ਦਿੰਦਾ, ਚਾਹੇ ਕਿਸੇ ਨੂੰ ਕਈ ਵਾਰ ਉਹ ਚੀਜ਼ ਚੰਗੀ ਲੱਗਦੀ ਹੈ, ਕਿਸੇ ਨੂੰ ਮਾੜੀ ਲੱਗਦੀ ਹੈ, ਕਿਸੇ ਨੂੰ ਕਿਵੇਂ ਲੱਗਦੀ ਹੈ, ਅਵਸਥਾ ਦੇ ਮੁਤਾਬਕ। ਮਹਾਤਮਾ ਨੇ ਕਿਹਾ ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹਿ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਨ ਜਾਣੈ ਮਨ ਕੋਏ। ਕਹਿੰਦੇ ਇਹਦਾ ਅਭਿਆਸ ਜਰਾ ਭਾਵੇਂ 21, 31, 51 ਵਾਰ ਕਰ ਲਿਆ ਕਰੋ ਸਵੇਰੇ ਸਵੇਰੇ ਮੂਲ ਮੰਤਰ ਲਾ ਕੇ। ਇਹਦੇ ਨਾਲ ਜੋ ਸੁਰਤ ਟਿਕਦੀ ਹੈ, ਕਹਿੰਦੇ ਸਾਡਾ ਅਭਿਆਸ ਹੈ। ਮੈਂ ਕਿਹਾ ਜੀ ਇਹ ਸੁਰਤ ਜਿਹੜੀ ਟਿਕਦੀ ਹੈ, ਕਹਿੰਦੇ ਪਰ ਇੱਕ ਗੱਲ ਯਾਦ ਰੱਖਿਓ, ਜੇ ਕਦੇ ਅੱਬਲ ਤੇ ਕਥਾ 'ਚ ਸੁਣਾਉਣੀ ਨਹੀਂ ਗੱਲ, ਪਰ ਮੈਨੂੰ ਹੁੰਦਾ ਵੀ ਇਕੱਲੇ ਖਾ ਨਹੀਂ ਹੁੰਦੀ ਚੀਜ਼, ਵੰਡ ਛਕੋ ਵੀ ਕਰੋ। ਹੁਣ ਉਹ ਕਹਿੰਦੇ ਇਹ ਦੱਸਦੀ ਵੀ ਸਕੂਟਰ 'ਤੇ ਜਾਂਦਿਆਂ ਨਾ ਇਹ ਪੌੜੀ ਪੜ੍ਹੇ, ਕੋਈ ਗੱਡੀ ਚਲਾਉਂਦਿਆਂ ਨਾ ਪੜ੍ਹੇ, ਕਹਿੰਦੇ ਪਤਾ ਨਹੀਂ ਕਿਹੜੇ ਵੇਲੇ ਸੁਰਤ ਚੜ੍ਹ ਜਾਣੀ ਹੈ, ਮੁੜ ਕੇ ਫਿਰ ਸਕੂਟਰ ਗੱਡੀ ਪਤਾ ਨਹੀਂ ਕਿੱਧਰ ਨੂੰ ਜਾਣੀ ਹੈ ਉਹਦੀ। ਇਸ ਗੱਲ ਦਾ ਖਿਆਲ ਰੱਖਣਾ, ਜਦੋਂ ਵੀ ਇਹ ਪੌੜੀ ਪੜ੍ਹਨੀ ਹੈ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਕੇਸਾਂ ਵਿੱਚ ਜਲ ਪਾ ਕੇ। ਮੈਂ ਕਿਸੇ ਮਹਾਤਮਾ ਨਾਲ ਗੱਲ ਕੀਤੀ ਸੀ, ਮੈਂ ਕਿਹਾ ਜਦੋਂ ਕੇਸਾਂ ਵਿੱਚ ਜਲ ਪਾਉਣ ਨੂੰ ਕਹਿੰਦੇ ਆ, ਹੋਰ ਤਰ੍ਹਾਂ ਦਾ ਨੱਕ ਬੁੱਲ ਜਿਹਾ ਵੱਟਦੇ ਸਾਰੇ ਜਾਣੇ ਵੀ ਬ੍ਰਹਮ ਕਵਚ ਜਿਹੜਾ ਕਰਨਾ ਹੁੰਦਾ ਵੀ ਉਹਨੂੰ, ਜਾਂ ਸ਼ਸਤਰ ਨਾਮ ਵਾਲਾ ਪੜ੍ਹਨੀ ਹੈ, ਜਾਂ ਦਸਮ ਦੀ ਬਾਣੀ ਪੜ੍ਹਨ ਨੂੰ ਸੀ ਕੇਸੀ ਇਸ਼ਨਾਨ ਜ਼ਰੂਰੀ। ਉਹ ਮੈਨੂੰ ਕਹਿਣ ਲੱਗੇ ਇਹ ਪਹਿਲੇ ਪਾਤਸ਼ਾਹ ਤੋਂ ਲੈ ਕੇ ਗੁਰੂ ਸਾਹਿਬ ਜੀ ਖੁਦ ਵੀ ਸਣੇ ਕੇਸੀ ਇਸ਼ਨਾਨ ਕਰਿਆ ਕਰਦੇ ਸੀ, ਸਿੱਖ ਵੀ ਕਰਿਆ ਕਰਦੇ ਸੀ। ਅੰਮ੍ਰਿਤ ਵੇਲੇ ਸਰ ਨਾ ਬੰਦਾ, ਸਰ ਸਰੋਵਰ ਵੀ ਆ, ਸਰ ਸਿਰ ਵੀ ਆ। ਕਹਿੰਦੇ ਹੌਲੀ 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 ਸਿੱਖਾਂ ਵਿੱਚ ਦਲਿੱਦਰ ਆ ਗਿਆ, ਕੰਮਕਾਰ ਇਹਨਾਂ ਦੇ ਵੱਧ ਗਏ, ਮਾਇਆਵੀ ਸਿੱਖੀ ਨੂੰ ਥੋੜ੍ਹਾ ਥੋੜ੍ਹਾ ਪਰੇ ਕਰਨ ਲੱਗ ਪਏ ਅਤੇ ਮਾਇਆ ਨੂੰ ਲਾਗੇ ਲਾਉਣ ਲੱਗ ਪਏ। ਹੌਲੀ ਹੌਲੀ ਇਹ ਕੇਸੀ ਇਸ਼ਨਾਨ ਵਿਸਰਦਾ ਗਿਆ। ਕਹਿੰਦੇ ਕੇਸੀ ਇਸ਼ਨਾਨ ਛੱਡੋ, ਇਹ ਤਾਂ ਆਮ ਕਈ ਬੰਦੇ 2-2 ਦਿਨ ਇਸ਼ਨਾਨ ਹੀ ਨਹੀਂ ਕਰਦੇ, 5 ਇਸ਼ਨਾਨਾਂ ਹੀ ਕਰ ਲੈਂਦੇ ਨੇ। ਇਸ ਕਰਕੇ ਜਿਹੜਾ ਕੇਸਾਂ ਦੇ ਇਸ਼ਨਾਨ ਦਾ ਸੰਬੰਧ ਹੈ ਮਨ ਦੀ ਇਕਾਗਰਤਾ ਨਾਲ ਬਹੁਤ ਜ਼ਿਆਦਾ ਹੈ। ਫਿਰ ਤੁਸੀਂ ਕਹਿੰਦੇ ਹੋ ਪਾਠ ਕਰਦਿਆਂ ਨੀਂਦ ਆਉਂਦੀ, ਜਦੋਂ ਕੇਸਾਂ ਵਿੱਚ ਜਲ ਪੈਂਦਾ ਨਾ, ਇਹ ਜ਼ਰੂਰੀ ਹੈ। ਮੈਂ ਕਿਸੇ ਮਹਾਂਪੁਰਖ ਨੂੰ ਕਿਹਾ, ਉਹ ਕੋਈ ਹੁਣ ਗੱਲ ਇਸ ਤਰ੍ਹਾਂ ਦੀ ਹੁੰਦੀ, ਮੈਂ ਕਿਹਾ ਉਹ ਇੱਕ ਬੰਦਾ ਮੇਰੇ ਕੋਲ ਆਇਆ, ਉਹ ਕਹਿੰਦਾ ਮੈਂ ਕਿਸੇ ਬੰਦੇ ਨੂੰ ਮਿਲਿਆ, ਉਹ ਕਹਿੰਦਾ ਤੇਰੇ 'ਤੇ ਆਹ ਚੀਜ਼ ਆ ਗ੍ਰਹਿ ਚੱਲਦੇ ਆ ਜਿੱਦਾਂ। ਮੈਂ ਕਿਹਾ ਇਹ ਬਾਬਾ ਜੀ ਲੋਕ ਵਹਿਮਾਂ 'ਚ ਪਾ ਦਿੰਦੇ ਆ, ਹੁਣ ਉਹ ਵਿਚਾਰਾ ਵਹਿਮ 'ਚ ਪਿਆ, ਉਹਦਾ ਕੀ ਕਰੀਏ। ਉਹ ਹੱਸ ਕੇ ਕਹਿੰਦੇ ਆਪਣੇ ਕੋਲ ਕੀ ਨਹੀਂ ਹੈ ਗੁਰਮੁਖੋ। ਕਹਿੰਦੇ ਸਾਰੀ ਸੰਗਤ ਨੂੰ ਕਹਿ ਦਿਓ ਵੀ ਜਿਹਦੇ 'ਤੇ ਵੀ ਕੁਛ ਹੈ ਉਹ ਦਰਬਾਰ ਸਾਹਿਬ ਜਾ ਕੇ ਸਣੇ ਕੇਸੀ 5 ਟੁੱਬੇ ਲਾਵੇ, ਸਭ ਕੁਛ ਹੀ ਸਮਾਪਤ ਹੋ ਜਾਂਦਾ।
ਇਹ ਜਿਹੜੀਆਂ ਲੋਕ ਗੱਲਾਂ ਕਰਦੇ, ਆਪਾਂ ਬੈਠੇ ਜਹਾਜ਼ ਦੇ ਵਿੱਚ। ਜਹਾਜ਼ ਦਾ ਜਿਵੇਂ ਆਪਾਂ ਕਹੀਏ ਵੀ ਇੱਥੋਂ ਉੱਪਰੋਂ ਜਹਾਜ਼ ਲੰਘਿਆ, ਕਰਨਾਲ ਦੇ ਉੱਪਰੋਂ ਜਾਂ ਦਿੱਲੀ ਉੱਪਰੋਂ ਜਹਾਜ਼ ਲੰਘ ਗਿਆ, ਥੱਲੇ ਲਾਲ ਬੱਤੀ ਸੀ, ਗੱਡੀਆਂ ਸਾਰੀਆਂ ਖੜੀਆਂ ਸੀ, ਜਹਾਜ਼ ਉੱਪਰੋਂ ਕਿਉਂ ਲੰਘ ਗਿਆ? ਜਹਾਜ਼ ਨੂੰ ਵੀ ਰੁਕਣਾ ਚਾਹੀਦਾ ਸੀ ਲਾਲ ਬੱਤੀ 'ਤੇ। ਜਦੋਂ ਜਹਾਜ਼ ਦਾ ਲਾਲ ਬੱਤੀ ਨਾਲ ਕੋਈ ਸੰਬੰਧ ਹੀ ਨਹੀਂ ਹੈ, ਨਾ ਉਹ ਸੜਕ ਨਾਲ ਸੰਬੰਧ ਹੈ, ਨਾ ਮੋੜਾਂ ਨਾਲ ਸੰਬੰਧ ਹੈ, ਨਾ ਕਿਸੇ ਨਾਲ, ਨਾ ਟ੍ਰੈਫਿਕ ਨਾਲ ਵੀ ਚਲਾਨ ਕੱਟਿਆ ਜਾਊਗਾ ਸਪੀਡ ਦਾ। ਜਹਾਜ਼ ਆਪਣੀ ਥਾਂ ਆ, ਕਾਰਾਂ ਆਪਣੀ ਥਾਂ ਨੇ। ਜਿਹੜੀ ਇਹ ਸਾਡੀ ਸਿੱਖੀ ਆ, ਇਹ ਬਹੁਤ ਉੱਪਰ ਹੈ। ਜਹਾਜ਼ ਕਿਹਾ ਵੀ ਹੈ, ਸਤਿਗੁਰੂ ਹੈ ਬੋਹਿ ਥਾ ਵਿਰਲੇ ਕਿਨੇ ਵਿਚਾਰਿਆ, ਜਾਂ ਆਪਾਂ ਵੀ ਕਹਿੰਦੇ ਹਾਂ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ। ਇਹ ਜਿਹੜਾ ਜਹਾਜ਼ ਹੈ ਨਾ ਸਾਡਾ ਉੱਪਰਲਾ, ਕਾਰ ਵਾਲੇ ਦੀ ਗੱਲ ਵੀ ਸਹੀ ਹੈ ਕਿ ਟਾਇਰ ਪੈਂਚਰ ਹੋ ਗਿਆ, ਮੇਰਾ ਪੋਲੂਸ਼ਨ ਸਰਟੀਫਿਕੇਟ ਨਹੀਂ ਬਣਿਆ ਤਾਂ ਪੁਲਿਸ ਨੇ ਰੋਕ ਲਿਆ, ਅੱਗੇ ਰੈੱਡ ਲਾਈਟ ਸੀ ਤਾਂ ਰੁਕ ਗਿਆ। ਹੁਣ ਜਹਾਜ਼ ਵਾਲਾ ਪਾਇਲਟ ਉਹਦੇ ਕੋਲ ਬੈਠ ਕੇ ਥੋੜ੍ਹੀ ਇਹ ਗੱਲਾਂ ਕਰੂਗਾ, ਹਾਂ ਵੀ ਮੇਰਾ ਵੀ ਪੋਲੂਸ਼ਨ ਨਹੀਂ ਸੀ ਤਾਂ ਉੱਤੇ ਪੁਲਿਸ ਨੇ ਮੈਨੂੰ ਰੋਕ ਲਿਆ ਸੀ, ਜਹਾਜ਼ ਰੋਕਣਾ ਪਿਆ। ਕੋ ਕਹਿੰਦਾ ਇਹ ਜਿਹੜੇ ਤੁਸੀਂ ਜਿੰਨੇ ਵੀ ਗੁਰਸਿੱਖ ਹੋ, ਆਪਣਾ ਪੰਥ ਹੈ, ਇਹ ਸਭ ਬਾਬੇ ਗੁਰੂ ਨਾਨਕ ਸਾਹਿਬ ਦੇ ਜਹਾਜ਼ ਉੱਤੇ ਬੈਠਾ। ਤੁਸੀਂ ਨਾ ਥੱਲੇ ਦੀਆਂ ਗੱਲਾਂ ਕਰਿਆ ਕਰੋ, ਇਹ ਵਹਿਮਾਂ ਭਰਮਾਂ ਦੇ ਵਿੱਚ ਫਸਦੇ ਜਾਓਗੇ, ਕਾਫੀ ਔਖੇ ਹੋ ਜਾਣਾ ਆਪਾਂ ਨੇ। ਹਰ ਕੋਈ ਕਹਿ ਦਿੰਦਾ, ਸਿੱਖ ਮੰਨ ਲੈਂਦੇ ਨੇ ਇਸ ਗੱਲ ਨੂੰ। ਇਹ ਜੀ ਬਹੁਤ ਸਾਰੇ ਪਾ ਦਿੰਦੇ ਇਹਨਾਂ ਚੱਕਰਾਂ 'ਚ। ਇੱਕ ਕਹਿੰਦਾ ਕਿ ਮੈਨੂੰ ਕਿਸੇ ਨੇ ਕਿਹਾ ਤੂੰ ਗੰਡ ਮੂਲਾਂ 'ਚ ਹੋਇਆ ਸੀ, ਤੇਰਾ ਬੱਚਾ ਗੰਡ ਮੂਲਾਂ 'ਚ ਹੋਇਆ ਸੀ। ਮਹਾਤਮਾ ਨੂੰ ਮੈਂ ਇਹੀ ਪੁੱਛਿਆ ਸੀ, ਮੈਨੂੰ ਕਹਿੰਦੇ ਸਾਰਿਆਂ ਨੂੰ ਕਹਿ ਦਿਓ ਕਿਸੇ 'ਤੇ ਜੇ ਕੋਈ ਵਹਿਮ ਪਾ ਦਿੰਦਾ, ਦਰਬਾਰ ਸਾਹਿਬ ਸਣੇ ਕੇਸੀ 5 ਟੁੱਬੇ ਲਾਉਣੇ ਆ, ਸਭ ਉੱਡ ਜੂਗਾ ਬਸ। ਬਾਬੇ ਹੰਸਾਲੀ ਵਾਲਿਆਂ ਨੇ, ਬਾਬਾ ਅਜੀਤ ਸਿੰਘ ਨੇ ਮੈਨੂੰ ਇਹ ਗੱਲ ਕਹੀ। ਬਾਬਾ ਜੀ ਕਹਿੰਦੇ ਇਹ ਪਿੰਡਾਂ ਦੀ ਸੰਗਤ ਆ ਭਾਈ, ਆ ਕਈ ਗੱਲਾਂ ਪੁੱਛਦੇ ਆ ਕੇ ਬਾਬਾ ਜੀ, ਕਹਿੰਦੇ ਵਹਿਮਾਂ 'ਚ ਪਾਏ ਹੋਏ ਲੋਕ ਨੇ, ਮੈਂ ਇਹਨਾਂ ਨੂੰ ਕੀ ਕਰਾਂ। ਮੈਂ ਇਹ ਗੱਲ ਤਾਂ ਕਰਦਾ ਕਿਉਂਕਿ ਤੁਸੀਂ ਸਾਰੇ ਨਗਰ ਨਿਵਾਸੀਆਂ ਤੋਂ, ਪਿੰਡਾਂ ਤੋਂ ਆਏ, ਬਹੁਤ ਗੱਲਾਂ ਦੇ 'ਚ ਉਲਝ ਜਾਂਦੇ ਹੋ। ਅੱਜ ਤਾਂ ਜੀ ਪੰਚਕਾਂ ਨੇ, ਬਾਬਾ ਜੀ ਨੂੰ ਮੈਂ ਪੁੱਛਿਆ, ਬਾਬਾ ਜੀ ਇਹ ਪੰਚਕਾਂ ਕੀ ਹੁੰਦੀਆਂ? ਮੈਨੂੰ ਤਾਂ ਆਪ ਨਹੀਂ ਸੀ। ਕਹਿੰਦੇ ਭਾਈ ਇਹ ਗੱਲਾਂ ਬਣਾਈਆਂ ਹੋਈਆਂ ਜਾਂ ਪਿੰਡਾਂ ਵਾਲਿਆਂ ਨੂੰ ਉਲਝਾ ਲੈਂਦੇ ਨੇ। ਮੈਂ ਕਿਹਾ ਇਹਦਾ ਹੁਣ ਹੱਲ? ਕਹਿੰਦੇ ਜਿਹੜਾ ਸਿੱਖ ਅੰਮ੍ਰਿਤ ਧਾਰੀ ਹੈ, 5 ਬਾਣੀਆਂ ਦਾ ਨਿਤਨੇਮ ਕਰਦਾ ਹੈ, ਰਹਿ ਰਾਸ ਕਰਦਾ ਹੈ, ਕੀਰਤਨ ਸੋਹਲੇ ਦਾ ਪਾਠ ਕਰਦਾ ਹੈ, 5 ਜਪਜੀ ਸਾਹਿਬ ਕਰ ਲੈਂਦਾ, 5 ਜਾਪ ਸਾਹਿਬ ਜੇ ਕਰ ਲੈਂਦਾ, ਜਾਂ ਬਾਣੀ ਪੜ੍ਹ ਲੈਂਦਾ, ਜਾਂ ਮੂਲ ਮੰਤਰੀ ਕਰ ਲੈਂਦਾ, ਗੁਰਮੰਤਰ ਦਾ ਅਭਿਆਸ ਘੰਟਾ 2 ਘੰਟੇ ਕਰਦਾ, ਕਹਿੰਦੇ ਉਹਦੇ ਲਈ ਇਹ ਚੀਜ਼ਾਂ ਨਹੀਂ ਹੈਗੀਆਂ। ਇਹ ਉਹਨਾਂ ਲੋਕਾਂ ਲਈ ਹੈ ਜਿਹੜੇ ਬਿਲਕੁਲ ਥੱਲੇ ਚਲੇ ਜਾਂਦੇ ਨੇ, ਨਾ ਅੰਮ੍ਰਿਤ ਛਕਣਾ, ਨਾ ਰਹਿਤ ਰੱਖਣੀ, ਸ਼ਰਾਬ ਮੀਟ ਆਂਡੇ ਵਰਤੀ ਜਾਣੇ, ਤੰਬਾਕੂ ਦੀ ਵਰਤੋਂ ਕਰੀ ਜਾਣੀ, ਬੁਰੇ ਪਾਸੇ ਜਾਈ ਜਾਣਾ। ਇਸ ਕਰਕੇ ਆਪਾਂ ਥੋੜ੍ਹਾ ਜਿਹਾ ਉਚਾਈ 'ਤੇ ਨੂੰ ਉੱਠੀਏ ਇਸ ਗੱਲ 'ਚ ਕਿ ਆਪਾਂ ਨੇ ਆਪਣਾ ਸ਼੍ਰੋਮਣੀ ਹੈ ਦਰਬਾਰ ਸਾਹਿਬ। ਤੁਸੀਂ ਕਹੋ ਦਰਬਾਰ ਸਾਹਿਬ ਦੂਰ ਹੈ, ਦੂਰ ਹੁੰਦਾ ਸੀ ਕਦੇ ਜਦੋਂ ਆ ਹਾਈਵੇ ਨਹੀਂ ਸੀ ਬਣਿਆ। ਹੁਣ ਤਾਂ 3-4 ਘੰਟੇ ਸਵੇਰੇ ਚੱਲੋ, 4 ਵਜੇ ਚੱਲੇ, 7-8 ਵਜੇ ਉੱਥੇ। ਚਲੋ ਜੇ ਤੁਸੀਂ ਬਹੁਤ ਕਹਿੰਦੇ ਹੋ ਵੀ ਨੇੜੇ ਕੋਈ ਦੱਸੋ ਤਾਂ ਫਿਰ ਸ੍ਰੀ ਪੰਜੋਖਰਾ ਸਾਹਿਬ ਹੈ। ਔਰ ਮੈਂ ਪ੍ਰਤੱਖ ਕੌਤਕ ਪੰਜੋਖਰਾ ਸਾਹਿਬ ਦੇ ਸੁਣਦਾ ਦੇਖਦਾ ਰਹਿਣਾ। ਬਹੁਤ ਬਖਸ਼ਿਸ਼ ਹੈ ਪੰਜੋਖਰਾ ਸਾਹਿਬ ਦੇ ਸਰੋਵਰ ਦੇ ਵਿੱਚ। ਹੋਰ ਬਹੁਤ ਸਾਰਿਆਂ ਥਾਵਾਂ 'ਤੇ ਬਖਸ਼ਿਸ਼ਾਂ ਨੇ। ਕੁਰੂਕਸ਼ੇਤਰ ਵਿਖੇ ਸਰੋਵਰ ਨੇ, ਆਪਣੇ ਸਰੋਵਰਾਂ ਦੇ ਵਿੱਚ ਇਸ਼ਨਾਨ ਦੀ ਮਹਾਨਤਾ ਨੂੰ ਜਾਣੋ। ਮੈਂ ਪ੍ਰੈਕਟੀਕਲ ਕਰਾਏ ਨੇ ਸਭ ਦੇ। ਨਿਸ਼ਾਨ ਸਾਹਿਬ ਨੂੰ ਨਮਸਕਾਰ ਕਰਨੀ, ਨਿਸ਼ਾਨ ਸਾਹਿਬ ਦੇ ਥੜੇ ਦੀ ਸੇਵਾ ਕਰਨੀ, ਨਿਸ਼ਾਨ ਸਾਹਿਬ ਦਾ ਚੋਲਾ ਚੜਾਉਣਾ, ਇਹ ਖਾਲਸੇ ਦੀ ਜਿੱਤ ਦਾ ਪ੍ਰਤੀਕ ਹੈ ਨਿਸ਼ਾਨ ਸਾਹਿਬ। ਕਿਉਂਕਿ ਜਦੋਂ ਕੇਸਰੀ ਚੰਦ ਦਾ ਸਿਰ ਵੱਢ ਕੇ ਲਿਆਂਦਾ ਭਾਈ ਉਦੈ ਸਿੰਘ ਨੇ, ਉਦੋਂ ਜਿਹੜੀ ਬੜੀ ਖਹਿ ਕੇ ਜੰਗ ਹੋਈ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ, ਇੱਕ ਸਿੰਘ ਸੀ ਜਿਹਦੇ ਹੱਥ ਵਿੱਚ ਨਿਸ਼ਾਨ ਸਾਹਿਬ ਫੜਿਆ ਹੋਇਆ ਸੀ। ਉਹ ਖੜਾ, ਜੇ ਨਿਸ਼ਾਨ ਸਾਹਿਬ ਖੜਾ ਤਾਂ ਫੌਜ ਹਾਜ਼ਰ ਹੈ, ਜਿੱਤੀ ਹੋਈ ਹੈ, ਜਿੱਤ ਦਾ ਪ੍ਰਤੀਕ ਸੀ। ਜਦੋਂ ਉਹਨਾਂ ਦੇ ਗੋਲੀ ਵੱਜੀ ਆ ਕੇ ਉਹ ਡਿੱਗਣ ਲੱਗੇ,
ਦੌੜ ਕੇ ਜਾ ਕੇ ਇੱਕ ਸਿੰਘ ਨੇ ਨਿਸ਼ਾਨ ਸਾਹਿਬ ਡਿੱਗਣ ਨਹੀਂ ਦਿੱਤਾ, ਖੜਾ ਹੀ ਰੱਖਿਆ। ਨਿਸ਼ਾਨ ਸਾਹਿਬ ਸਿੱਧਾ ਖੜਾ ਕਰਨ ਦਾ ਮਤਲਬ ਹੈ ਕਿ ਖਾਲਸੇ ਕੀ ਹਰ ਮੈਦਾਨ ਜੀਤ ਹੈ, ਹਰ ਮੈਦਾਨ ਫਤਿਹ ਹੈ। ਜਿਹੜੀਆਂ ਚੀਜ਼ਾਂ ਸਾਨੂੰ ਬਖਸ਼ਿਸ਼ ਕਰਦੀਆਂ ਨੇ, ਕਿਉਂਕਿ ਇੱਕ ਤਾਂ ਇਹ ਬੜਾ ਵੀ ਜੇ ਮਾੜਾ ਜਾਂ ਕੋਈ ਕਹਿ ਦੇਵੇ ਨਾ ਕਿ ਜੋਤ ਨਹੀਂ ਲਾਉਣੀ, ਜੋਤ ਕੋਲ ਨਹੀਂ ਖੜਨਾ, ਜੋਤ ਨਹੀਂ, ਨਿਸ਼ਾਨ ਸਾਹਿਬ ਕੋਲ ਨਹੀਂ ਖੜਨਾ, ਉਹਨੂੰ ਮੱਥਾ ਨਹੀਂ ਟੇਕਣਾ, ਸ਼ਸਤਰ ਨੂੰ ਨਹੀਂ ਮੱਥਾ ਟੇਕਣਾ। ਇਹਦੇ ਵਿੱਚ ਮੈਂ ਫਿਰ ਸਾਰੀ ਖੋਜ ਕੀਤੀ ਇਸ ਚੀਜ਼। ਖੋਜ ਕਿੱਦਾਂ ਹੁੰਦੀ ਆ? ਜਿਹੜੇ ਪਹੁੰਚੀਆਂ ਹੋਈਆਂ ਰੂਹਾਂ ਨੇ, ਜਿਨ੍ਹਾਂ ਨੇ ਸਰੀਰ ਨੂੰ ਛੱਡ ਕੇ ਕੇਵਲ ਆਤਮਾ ਨੂੰ ਪਕੜਿਆ। ਆਪਾਂ ਇਸੇ ਗੱਲ 'ਤੇ ਆਏ ਹਾਂ। ਜੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਸਾਨੂੰ ਇੱਕ ਸਬਕ ਦਿੱਤਾ, ਪਹਿਲਾਂ ਗੁਰੂ ਨਾਨਕ ਸਾਹਿਬ ਨੇ ਆਪਾਂ ਨੂੰ ਸੇਵਾ, ਸਿਮਰਨ, ਕੀਰਤਨ ਦੀ ਦਾਤ ਬਖਸ਼ਿਸ਼ ਕੀਤੀ। ਸਭ ਤੋਂ ਪਹਿਲਾਂ ਜਿਹੜਾ ਸ਼ਬਦ ਦੇ ਅਰਥ ਪ੍ਰਾਰੰਭ ਹੋਏ ਸੀ, ਬਾਬਾ ਜੀ ਕਹਿੰਦੇ ਹੁੰਦੇ ਸੀ, ਬਾਬਾ ਅਜੀਤ ਸਿੰਘ ਜੀ ਕਹਿੰਦੇ ਜਿਹੜੀ ਟਕਸਾਲ ਹੈ ਇਹ ਤਾਂ ਗੁਰੂ ਨਾਨਕ ਸਾਹਿਬ ਨੇ ਪ੍ਰਾਰੰਭ ਕਰ ਦਿੱਤੀ ਸੀ। ਜਦੋਂ ਯਗ ਕਰਜ ਗੁਫਤਮ ਪੇਸ ਤੋਂ ਦਰ ਗੋਸ ਕੁਨ ਕਰਤਾਰ ਵਾਲਾ ਸ਼ਬਦ ਮਹਾਰਾਜ ਨੇ ਸੁਣਾਇਆ, ਉਸ ਵਕਤ ਜਿਹੜਾ ਸੀ ਉੱਥੇ ਪੜ੍ਹਾਉਣ ਵਾਲਾ ਮੁੱਲਾ ਕਹਿਣ ਲੱਗਿਆ, ਮਹਾਰਾਜ ਜੀ ਇਹ ਮੇਰੀ ਤਾਂ ਸਮਝ ਨਹੀਂ ਲੱਗਿਆ, ਤੁਸੀਂ ਮੈਨੂੰ ਇਹਦੇ ਅਰਥ ਦੱਸੋ। ਸਤਿਗੁਰਾਂ ਨੇ ਇਹ ਸਾਰੇ ਸ਼ਬਦ ਦੇ ਜਦੋਂ ਅਰਥ ਸੁਣਾਏ, ਇੱਕ ਤਾਂ ਸੁਣਾਉਣ ਵਾਲੇ ਆਪ ਸੱਚੇ ਪਾਤਸ਼ਾਹ ਸਨ, ਉਹਦੇ ਉੱਤੇ ਬੜਾ ਅਸਰ ਹੋਇਆ। ਇਹ ਸੁਣਾਉਣ ਵਾਲੇ 'ਤੇ ਬੜਾ ਫਰਕ ਹੁੰਦਾ। ਕਥਾ ਤਾਂ ਬਥੇਰੀਆਂ ਚੱਲਦੀਆਂ ਹਰ ਥਾਂ ਦੇ ਉੱਤੇ, ਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਸ ਕੈ ਅੰਤਰ ਬਸੈ ਨਿਰੰਕਾਰ। ਪਹਿਲਾਂ ਅੰਦਰ ਆਪ ਦੇ ਨਿਰੰਕਾਰ ਦੀ ਜੋਤ ਹੋਣੀ ਚਾਹੀਦੀ ਹੈ ਪ੍ਰਗਟ। ਤਿਸ ਕੀ ਸੀਖ ਤਰੈ ਸੰਸਾਰ। ਜਦੋਂ ਬਾਬਾ ਜੀ ਮੈਨੂੰ ਯਾਦ ਹੈ ਮਿਲਿਆ ਤਾਂ ਬਹੁਤ ਦੇਰ ਬਾਅਦ, ਅੱਜ ਵੀ ਬਾਬਾ ਜੀ ਨੂੰ ਮੈਂ ਬੰਬੇ ਵੀ ਅਸੀਂ ਇਕੱਠੇ ਹੁੰਦੇ ਸੀ, ਭਾਈ ਦਾਰਾ ਸਿੰਘ ਦੇ ਘਰ ਠਹਿਰਦੇ ਹੁੰਦੇ, ਜਦੋਂ ਉੱਥੇ ਵਿਚਾਰਾਂ ਚੱਲਦੀਆਂ। ਉਦੋਂ ਬਾਅਦ ਬਾਬਾ ਜੀ ਕਿਸੇ ਕਾਰਨ ਵਸ਼ ਇੱਥੇ ਦੀ ਧਰਤੀ ਬੁਲਾ ਲਿਆ ਬਾਬਾ ਜੀ ਨੂੰ, ਇੱਥੇ ਰੰਗ ਭਾਗ ਲਾਓ। ਮੈਨੂੰ ਇੰਨਾ ਕੁ ਸੁਣਨ ਵਿੱਚ ਆਇਆ ਕਿ ਬਾਬਾ ਜੀ ਕਹਿੰਦੇ 5 ਸਾਲ ਆਪਾਂ ਅੰਦਰ ਹੀ ਬੈਠ ਕੇ ਭਗਤੀ ਕਰਨੀ, ਪਹਿਲਾਂ ਸਟੇਜ 'ਤੇ ਨਹੀਂ ਜਾਣਾ। ਜੋ ਮੇਰੀ ਕੰਨਾਂ ਤੱਕ ਆਵਾਜ਼ ਪਹੁੰਚੀ, ਬਾਬਾ ਜੀ ਨੇ 5 ਸਾਲ ਤੱਕ ਪਹਿਲਾਂ ਆਪਣੇ ਅੰਦਰਲੀ ਜੋਤ ਨੂੰ ਪ੍ਰਗਟ ਕਰਨ ਉੱਤੇ ਹੀ ਟਾਈਮ ਲਾਇਆ। ਜਦੋਂ ਜੋਤ ਪ੍ਰਗਟ ਹੁੰਦੀ ਆ ਨਾ, ਹੁਣ ਜੇ ਆਪਾਂ ਇਹਨੂੰ 10ਵੇਂ ਪਾਤਸ਼ਾਹ ਵੱਲ ਲੈ ਕੇ ਜਾਈਏ, ਜਾਗਤ ਜੋਤ ਜਪੈ ਨਿਸ ਬਾਸਰ ਏਕ ਬਿਨਾ ਮਨ ਨੈਕ ਨਾ ਆਨਾ। ਉਸੇ ਸ਼ਬਦ ਵਿੱਚ ਅੱਗੇ ਅਖੀਰਲੀ ਪੰਕਤੀ ਹੈ, ਪੂਰਨ ਜੋਤ ਜਗੈ ਘਟ ਮਹਿ। ਜੋਤ ਤਾਂ ਹੈਗੀ ਆ, ਜੋਤ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੁਣ ਵੀ ਹੈਗੀ ਹੈ। ਪੂਰਨ ਜੋਤ ਜਗੈ ਘਟ ਮਹਿ ਤਬ ਖਾਲਸ ਤਾਹੇ ਨਖਾਲਸ ਜਾਨਾ। ਅੰਦਰ ਜੋਤ ਜਗਾਈ ਨਹੀਂ ਆਪਾਂ ਨੇ। ਜੋਤ ਜਗੇ ਤੋਂ ਬਿਨਾ, ਜੋਤ ਬਿਨਾ ਜਗਦੀਸ਼ ਕੀ ਜਗਤ ਉਲੰਘੇ ਜਾਏ। ਕਹਿੰਦੇ ਜਬ ਲਗ ਜੋਤ ਕਾਇਆ ਮਹਿ ਵਰਤੈ। ਹੁਣ ਆਪਾਂ ਜਿੰਨੇ ਬੈਠੇ ਹਾਂ ਆਪਣੇ ਅੰਦਰ ਜੋਤ ਹੈ, ਆਪਣੇ ਅੰਦਰ ਜੋਤ ਹੈ, ਪਰ ਜਗੀ ਨਹੀਂ ਹੈ, ਪ੍ਰਕਾਸ਼ਮਾਨ ਨਹੀਂ ਹੈ ਜੋਤ। ਆਪਾ ਪਸ਼ੂ ਨਾ ਬੂਝੈ। ਇਹ ਪਸ਼ੂ ਬੰਦਾ ਆਪਣਾ ਆਪ ਸਮਝਦਾ ਹੀ ਨਹੀਂ। ਜੋਤ ਦੇ ਆਸਰੇ ਖਾਣਾ ਪੀਣਾ ਸੌਣਾ ਹੱਸਣਾ ਤਾਂ ਕਰੀ ਜਾਂਦੇ ਆ, ਪਰ ਕਦੇ ਉਹਦੇ ਪਿੱਛੇ ਜਾ ਕੇ ਨਹੀਂ ਦੇਖਿਆ ਕਿਹੜੀ ਸ਼ਕਤੀ ਹੈ ਜਿਹੜੀ ਮੇਰੀਆਂ ਅੱਖਾਂ ਨੂੰ ਦੇਖਣ ਦਾ ਬਲ ਦੇ ਰਹੀ ਹੈ, ਕੰਨਾਂ ਨੂੰ ਸੁਣਨ ਦਾ ਬਲ ਦੇ ਰਹੀ ਹੈ, ਬੁੱਧੀ ਨੂੰ ਵਿਚਾਰਨ ਦਾ ਬਲ ਦੇ ਰਹੀ ਹੈ, ਦਿਮਾਗ ਨੂੰ ਸ਼ਕਤੀ ਦੇ ਰਹੀ ਹੈ, ਜੀਭ ਨੂੰ ਸਵਾਦ ਦੱਸ ਰਹੀ ਹੈ, ਨੱਕ ਨੂੰ ਸੁਗੰਧੀ ਦੀ ਜੋ ਹੈ ਬਲ ਸੁਗੰਧੀ ਦਾ ਦੇ ਰਹੀ ਹੈ। ਚਮੜੀ ਨੂੰ ਤੱਤਾ ਠੰਡਾ ਲੱਗ ਜੇ ਤਾਂ ਉਹੀ ਜੋਤ ਇਹਨੂੰ ਦੱਸਦੀ ਤੱਤਾ ਠੰਡਾ ਹੈ। ਹੁਣ ਮੁਰਦੇ ਨੂੰ ਆਪਾਂ ਲਿਜਾ ਕੇ ਮੜੀਆਂ ਵਿੱਚ ਅੱਗ ਲਾ ਦਿੰਦੇ ਹਾਂ, ਕਦੇ ਉਹ ਕਹਿੰਦਾ ਮੈਨੂੰ ਨਾ ਸਾੜੋ। ਮੁਰਦਾ ਕਿਉਂ? ਮੁਰਦਾ ਕਿਆ? ਜਦੋਂ ਤੱਕ ਸਰੀਰ ਵਿੱਚ ਜੋਤ ਹੈ ਉਦੋਂ ਤੱਕ ਉਹਨੂੰ ਆਪਾਂ ਮੁਰਦਾ ਨਹੀਂ ਕਹਿੰਦੇ। ਉਦੋਂ ਤੱਕ ਆਪਾਂ ਕਹਿੰਦੇ ਜਿਉਂਦਾ ਹੈ, ਜਾਗਦਾ ਹੈ। ਜਿਉਂਦਾ ਜਾਗਦਾ ਬੈਠਾ ਤੇਰੇ ਸਾਹਮਣੇ ਕਹਿੰਦੇ ਆ ਨਾ, ਜਿਉਂਦਾ ਤੇ ਜਾਗਦਾ ਬੈਠਾ। ਆਪਾਂ ਕਹਿੰਦੇ ਜਾਗਤ ਜੋਤ ਜਪੈ ਦਿਸ ਬਾਸਰ। ਜਾਗਤ ਜੋਤ ਕੀ ਹੈ? ਇੱਕ ਬੁਝੀ ਹੋਈ ਵੀ ਹੁੰਦੀ ਹੈ। ਆਹ ਦੀਵਿਆਂ ਦੂਵਿਆਂ ਦੀ ਜੋਤ ਕਾਹਦੀ ਜੋਤ ਹੈ? ਇਹ ਤਾਂ ਬੰਦ ਹੋ ਜਾਂਦੀ ਹੈ। ਪਰ ਸਾਡੀ ਜੋਤ ਕਦੇ ਅੰਦਰ ਬੁਝਦੀ ਨਹੀਂ, ਇੱਕ ਰਸ ਜਗਦੀ ਹੈ।
ਇਸ ਕਰਕੇ ਸਭ ਤੋਂ ਪਹਿਲਾਂ ਕੀ ਹੈ, ਅਭਿਆਸ। 5 ਸਾਲ ਹੁਣ ਮੈਂ ਰਸਤੇ 'ਚ ਹੀ ਸੋਚਦਾ ਇਹੀ ਗੱਲ ਕਿ ਆਪਾਂ ਸਕੂਲ ਦੇ ਵਿੱਚ ਕਿੰਨਾ ਟਾਈਮ ਲਾਇਆ, ਕਾਲਜਾਂ ਵਿੱਚ ਕਿੰਨਾ ਟਾਈਮ ਲਾਉਂਦੇ ਆ। ਡਿਗਰੀਆਂ ਲੈਣ ਲਈ 5-5 6-6 ਸਾਲ ਲੱਗ ਜਾਂਦੇ, 8-8 ਸਾਲ ਲੱਗ ਜਾਂਦੇ ਨੇ, ਪਰ ਕਦੇ ਗੁਰਮਤਿ ਨੂੰ ਸਿੱਖਣ ਉੱਤੇ, ਪੜ੍ਹਨ ਉੱਤੇ, ਵਿਚਾਰਨ ਉੱਤੇ ਕਦੇ ਨਹੀਂ ਦੇਖਿਆ। ਹੁਣ ਆਹ ਸਾਡੀ 99.99 ਪੁਆਇੰਟ ਤੱਕ ਵੀ ਸਾਡੇ ਸਿੱਖ ਇਤਿਹਾਸ ਨੂੰ ਸਾਡੇ ਹੀ ਸਿੱਖ ਨਹੀਂ ਜਾਣਦੇ। ਕੀ ਕਰਾਂਗੇ ਇਹਨਾਂ ਨੂੰ ਸੁਣਾ ਕੇ? ਜੇ ਮੈਂ ਕੋਈ ਗੱਲ ਸੁਣਾਊਂਗਾ ਵੀ, ਤੁਸੀਂ ਕਹੋਗੇ ਕਿੱਥੇ ਲਿਖੀ ਹੈ? ਫਿਰ ਅਫਸੋਸ ਹੁੰਦਾ ਵੀ ਇਹਨੇ ਪੜ੍ਹੀ ਨਹੀਂ। ਪੁਰਾਣੇ ਗੁਰਸਿੱਖ ਸਭ ਤੋਂ ਪਹਿਲਾਂ ਆਪਣਾ ਇਤਿਹਾਸ ਹੀ ਪੜ੍ਹਦੇ ਹੁੰਦੇ ਸੀ। ਗੁਰੂ ਗ੍ਰੰਥ ਸਾਹਿਬ ਦੇ ਸਾਰੇ ਅਰਥ ਪੜ੍ਹਨੇ, ਭਾਈ ਗੁਰਦਾਸ ਦੀਆਂ ਵਾਰਾਂ ਦੇ ਅਰਥ ਪੜ੍ਹਨੇ, ਭਾਈ ਦੰਦ ਲਾਲ ਜੀ ਦੀਆਂ ਗਜ਼ਲਾਂ ਸਾਰੀਆਂ ਪੜ੍ਹਨੀਆਂ, ਭਾਈ ਵੀਰ ਸਿੰਘ ਨੂੰ ਪੜ੍ਹਨਾ। ਸਾਰਾ ਕੁਝ ਪੜ੍ਹਨ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਕਿ ਹੁਣ ਕੁਛ ਗਿਆਨ ਹੈ। ਮੈਨੂੰ ਪਤਾ ਹੈ ਕਿ ਇਹ ਸਾਖੀ ਕਿੱਥੇ ਹੈ, ਕਦੋਂ ਹੋਈ ਹੈ। ਸਿਰਫ ਜਿਹੜੇ ਕਥਾ ਕਰਦੇ ਨੇ, ਗੁਰੂ ਨਾਨਕ ਪ੍ਰਕਾਸ਼, ਸੂਰਜ ਪ੍ਰਕਾਸ਼, ਜਿਹੜੇ ਕਥਾ ਕਰਦੇ ਨੇ ਨਾ, ਉਹਨਾਂ ਨੂੰ ਉਹਨਾਂ ਗੱਲਾਂ ਦੀ ਸਮਝ ਹੁੰਦੀ, ਹਾਂ ਵੀ ਉਹ ਕਥਾ ਕਰਨੀ ਪੈਂਦੀ ਹੈ, ਡਿਊਟੀ ਹੈ। ਕੋਈ ਸਿੰਘ ਨੇ ਅੱਜ ਤੱਕ ਸੂਰਜ ਪ੍ਰਕਾਸ਼ ਦੀਆਂ 5 ਕਥਾ ਕੀਤੀਆਂ। ਜਿਹੜੇ ਪੁਰਾਣੇ ਬਜ਼ੁਰਗ ਹੈੱਡ ਗ੍ਰੰਥੀ ਨੇ ਉਹਨਾਂ ਨੇ 20 ਕਥਾ ਵੀ ਕਰ ਲਈਆਂ, ਉਹਨਾਂ ਨੂੰ ਸਭ ਰੱਟੇ ਲੱਗੇ ਹੁੰਦੇ ਆ। ਪਟਿਆਲੇ ਦੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਜਦ ਦਾਸ ਨੇ ਪਹਿਲੀ ਵਾਰ ਕਥਾ ਕੀਤੀ ਸੂਰਜ ਪ੍ਰਕਾਸ਼ ਦੀ, ਪਹਿਲਾਂ ਮਹਾਂਪੁਰਖਾਂ ਤੋਂ ਸੁਣੀ ਹੋਈ ਸੀ, ਮੈਂ ਉਹਦੇ ਵਿੱਚ ਕਿਸੇ ਗੱਲ ਨੂੰ ਥੋੜ੍ਹਾ ਜਿਹਾ ਸਮਝ ਨਾ ਸਕਿਆ। ਮੈਂ ਕਹਿ ਕੇ ਚਲਿਆ ਗਿਆ, ਵਿਚਾਰ ਨਹੀਂ ਆਈ ਮਨ 'ਚ ਸਹੀ। ਮੈਂ ਬਾਹਰ ਆਇਆ, ਇੱਕ ਬਜ਼ੁਰਗ ਆਇਆ ਮੇਰੇ ਕੋਲ, ਕਹਿੰਦੇ ਗਿਆਨੀ ਜੀ ਉਹ ਤੁਹਾਨੂੰ ਨਹੀਂ ਆਉਂਦਾ ਹੋਣਾ ਵੀ ਇਹ ਗੱਲ ਇਸ ਤਰ੍ਹਾਂ ਹੈ। ਮੈਂ ਇੱਥੇ ਦੁੱਖ ਨਿਵਾਰਨ ਸਾਹਿਬ ਬਚਪਨ ਤੋਂ ਹੀ ਲੈ ਕੇ ਕਥਾ ਸੁਣਦਾ, ਮੈਂ ਰੱਟੇ ਲੱਗੇ ਪਏ ਸਾਰੀ ਕਥਾ ਦੇ। ਜਿਹੜੀ ਪਟਿਆਲਾ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੀ ਸੰਗਤ ਆ ਨਾ, ਇਹਨੂੰ ਸਾਰਾ ਇਤਿਹਾਸ ਯਾਦ ਹੈ। ਪੁਰਾਣੀਆਂ ਮਾਈਆਂ ਬਜ਼ੁਰਗਾਂ ਨੂੰ ਜਿੱਥੋਂ ਮਰਜ਼ੀ ਪੁੱਛ ਲਓ, ਉਹਦੇ ਕਥਾ ਦਾ ਪਾਠ ਕਰਦੇ ਸੱਭਰਵਾਲ ਜੀ, ਉਹਨਾਂ ਨੂੰ ਸਾਰੀ ਯਾਦ ਹੈ। ਮੈਂ ਇੱਕ ਗੱਲ ਦਾ ਪੁਆਇੰਟ ਦੇ ਦਿਆਂ, ਜਾ ਕੇ ਉਸੇ ਟਾਈਮ ਸਾਰੀ ਸੁਣਾ ਦੇਣਗੇ ਉਹ। ਪਰ ਅਫਸੋਸ ਇਸ ਗੱਲ ਦੇ ਉੱਤੇ ਆਉਂਦਾ ਕਿ ਨਾ ਤਾਂ ਆਪਾਂ ਨੂੰ ਇਤਿਹਾਸ ਪਤਾ ਕਿਸੇ ਨੂੰ। ਸੂਰਜ ਪ੍ਰਕਾਸ਼, ਮਹਿਮਾ ਪ੍ਰਕਾਸ਼, ਪੰਥ ਪ੍ਰਕਾਸ਼, ਇਹ ਤਵਾਰੀ ਗੁਰੂ ਖਾਲਸਾ, ਬਹੁਤ ਸਾਰੀਆਂ ਪੁਸਤਕਾਂ ਭਾਸ਼ਾ ਵਿਭਾਗ ਦੇ ਵਿੱਚ ਪਈਆਂ। ਬਸ ਆਪਾਂ ਕਿੱਧਰ ਨੂੰ ਚਲੇ ਗਏ? ਖਾਲਸਾ ਪੰਥ ਕਿੱਧਰ ਨੂੰ ਚਲਾ ਗਿਆ ਸਾਰਾ, ਜਿਹਨੂੰ ਆਪਣਾ ਇਤਿਹਾਸ ਹੀ ਨਹੀਂ ਪਤਾ। ਜੇ ਕੋਈ ਗੱਲ ਕਰਦੇ ਆ ਤਾਂ ਕਹਿੰਦੇ ਇਹ ਗੱਲ ਕਿੱਥੇ ਲਿਖੀ ਹੈ? ਲਿਖੀ ਹੋਈ ਹੈ ਤਾਈਓ ਬੋਲੀ ਹੈ। ਮੈਂ ਤਾਂ ਪੜ੍ਹੀ ਹੈ, ਅਤੇ ਮੈਂ ਜੇ ਪੜ੍ਹੀ ਹੈ ਤਾਂ ਮੈਂ ਬੋਲੀ ਹੈ। ਹੁਣ ਤੁਸੀਂ ਕਹੋ ਇਹ ਗੱਲ ਕਿਤੇ ਲਿਖੀ ਹੀ ਨਹੀਂ ਹੋਈ। ਤਾਂ ਇਸ ਕਰਕੇ ਜਾਗਤ ਜੋਤ ਆਪਣਾ ਬਚਨ ਚੱਲਿਆ ਸੀ, ਗੁਰਬਾਣੀ ਕਹੈ ਸੇਵਕ ਜਨ ਮੰਨੈ। ਗੁਰਬਾਣੀ ਜੋ ਕਹੇ ਪਹਿਲਾਂ ਸੇਵਕ ਜਨ ਉਹਨੂੰ ਮੰਨੇ, ਕਾਹਲਾ ਨਾ ਪੈ। ਹਰ ਚੀਜ਼ ਮਿਹਨਤ ਨਾਲ, ਸਬਰ ਸੰਤੋਖ ਨਾਲ ਮਿਲਦੀ। ਕਈ ਬੰਦਿਆਂ, ਮੈਂ ਇੱਕ ਉਦਾਹਰਣ ਹੀ ਦਿੰਦਾ ਫਿਰ ਤੁਸੀਂ ਸਮਝੋਗੇ ਸਾਰੀ ਗੱਲ। ਇੱਕ ਬੰਦਾ ਆਇਆ, ਮੈਂ ਆਹ ਸ਼ਬਦ ਕਰਨਾ, ਕਰੋ ਜੀ, ਅਭਿਆਸ ਕਰੋ। ਨਹੀਂ, ਉਹ ਕੋਈ ਹੋਰ ਸ਼ਬਦ ਦੱਸੋ, ਫਿਰ ਹੋਰ ਕਰ ਲਿਆ, ਫਿਰ ਹੋਰ ਲੱਭ ਲਿਆ, ਮੈਂ ਉੱਥੋਂ ਲੱਭਿਆ ਸੀ ਉੱਥੇ ਕਰ ਲਓ। ਉਹ ਸਾਲ ਦੇ ਵਿੱਚ 10-15 ਸ਼ਬਦ ਅਲੱਗ-ਅਲੱਗ ਕਰ ਲਏ, ਫਿਰ ਹੋਰ ਕਰ ਲਿਆ। ਮੈਂ ਉਹਨੂੰ ਇੱਕ ਉਦਾਹਰਣ ਆਪਣੀ ਦਿੱਤੀ। ਮੈਂ ਕਿਹਾ ਤੂੰ ਇੰਨੇ ਸ਼ਬਦ ਕਰਦਾ, ਮੈਂ ਤੈਨੂੰ ਆਪਣੀ ਉਦਾਹਰਣ ਨਾਲ, ਜਦੋਂ ਮੈਂ ਕੀਰਤਨ ਸਿੱਖਦਾ ਸੀ ਨਾ ਮੈਤੇ, ਰਾਗੀ ਪੂਰਨ ਸਿੰਘ ਜੀ ਹੁਣ ਤਾਂ ਪੂਰੇ ਹੋ ਗਏ, ਮੈਂ ਉਹਨਾਂ ਤੋਂ ਸਿੱਖਦਾ ਸ਼ੁਰੂ ਦੇ ਵਿੱਚ। ਮੈਂ ਕਿਹਾ ਮੈਨੂੰ ਆਹ ਸਿਖਾਓ ਸ਼ਬਦ। ਸਰਗਮਾ ਸਿਖਾਉਣ ਤੋਂ ਬਾਅਦ ਮੈਨੂੰ ਉਹਨਾਂ ਨੇ ਇੱਕ ਸ਼ਬਦ ਜਿਹੜਾ ਬਹੁਤ ਸੌਖਾ ਸੀ, ਆਮ ਕੀਰਤਨੀਆਂ ਨੂੰ ਸ਼ੁਰੂ ਦੇ ਵਿੱਚ ਸਿਖਾਇਆ, ਜਾਂ ਧੰਨ ਸੋਵੇਲਾ ਜਿਤ ਦਰਸ਼ਨ ਕਰਨਾ, ਆਸਾ ਰਾਗ ਦੇ ਵਿੱਚ ਉਹ ਸਿੱਧੀਆਂ ਸੁਰਾਂ ਜਿਹੀਆਂ ਹੁੰਦੀਆਂ, ਬਸ ਕੋਈ ਔਖਾ ਨਹੀਂ ਹੁੰਦਾ ਜ਼ਿਆਦਾ, ਨਵੇਂ ਬੰਦੇ ਲੈਂਦੇ। ਮੈਂ ਉਹ ਬੜੇ ਚਾਅ ਨਾਲ 5-4 ਦਿਨਾਂ ਵਿੱਚ ਸ਼ੁਰੂ ਕੀਤਾ, ਆ ਗਿਆ। ਫਿਰ ਹੋਰ ਸਿਖਾਓ ਜੀ, ਇੱਕ ਹੋਰ ਸਿਖਾ ਤਾ ਉਹਨਾਂ ਨੇ। ਤੀਜੇ ਕੁ ਦਿਨ ਨੂੰ ਫਿਰ ਮੈਂ ਕਿਹਾ ਹੋਰ ਸਿਖਾਓ ਜੀ। ਚੌਥੇ ਦਿਨ ਨੂੰ ਮੈਂ ਕਿਹਾ ਹੋਰ ਸਿਖਾਓ ਜੀ। ਉਹ ਮੈਨੂੰ ਕਹਿੰਦੇ ਉਹ ਜਿਹੜਾ ਪਹਿਲਾਂ ਸਿੱਖਿਆ ਸੀ ਉਹ ਸੁਣਾ। ਮੈਂ ਉਹ ਭੁੱਲ ਗਿਆ। ਕਹਿੰਦੇ ਦੇਖ, ਜਾਂ ਤਾਂ ਮੇਰੇ ਹਿਸਾਬ ਨਾਲ ਚੱਲ ਜਾਂ ਆਪਣੇ ਹਿਸਾਬ ਨਾਲ ਚੱਲ। ਕਹਿੰਦੇ ਤੂੰ ਤਾਂ ਉਹ ਕਰਦਾ ਪੰਜਾਬੀ ਦੀ ਕਹਾਵਤ ਵੀ ਅੱਗਾ ਦੌੜ ਪਿੱਛਾ ਚੌੜ,
ਸ਼ਬਦ ਤੇ ਮੇਰੇ ਵੱਲੋਂ ਤੂੰ ਭਾਵੇਂ ਸਾਲ 'ਚ 100 ਕੱਢ ਲਾ। ਕਹਿੰਦੇ ਦੇਖ ਇਹ ਤਰੀਕਾ ਨਹੀਂ ਹੁੰਦਾ। ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਇਹ ਸ਼ਬਦ ਨੂੰ 1 ਮਹੀਨਾ ਪੜ੍ਹੀ ਜਾ, ਬਸ ਪੜ੍ਹੀ ਜਾ ਪੜ੍ਹੀ ਜਾ। ਤਾਲ ਦਾ ਗਿਆਨ, ਲੈ ਦਾ ਗਿਆਨ, ਸੁਰ ਦਾ ਗਿਆਨ ਹੋ ਜੂ। ਇਸੇ ਉੱਤੇ ਆਪਾਂ ਫਿਰ ਦੂਜਾ ਸ਼ਬਦ ਲਾ ਲਾਂਗੇ। ਮੇਨ ਚੀਜ਼ ਹੈ ਸੁਰਾਂ ਨੂੰ ਸਿੱਖਣਾ, ਤਾਲ ਤੇ ਲੈ ਤਾਲ ਨੂੰ ਆਪਸ ਵਿੱਚ ਜੋੜਨਾ। ਕਹਿੰਦੇ ਫਿਰ ਤੈਨੂੰ ਮੈਂ ਹੋਰ ਸ਼ਬਦ ਪਕਵਾਊਂਗਾ 2 ਮਹੀਨੇ 'ਚ। ਉਸੇ ਦੇ ਉੱਤੇ ਤੂੰ ਭਾਵੇਂ 200 ਸ਼ਬਦ ਹੋਰ ਪੜ੍ਹ ਲੈ। ਹੁਣ ਕੀ ਹੈ, ਕਿਸਾਨ ਵੀਰ ਨੇ ਘਰਾਂ ਦੇ ਵਿੱਚ ਹੈ ਜਾਂ ਬੋਰ ਕਰਾਉਨੇ ਆ, ਜੇ ਤੁਸੀਂ ਆਖੋ ਬੋਰ ਵਾਲਿਆਂ ਨੂੰ ਵੀ ਇੱਥੇ 20 ਫੁੱਟ ਪੱਟ ਕੇ, ਨਹੀਂ ਨਹੀਂ ਇੱਥੋਂ ਛੱਡ ਦੇ, ਉਹਦਾ 30 ਫੁੱਟ ਉੱਥੇ ਪੱਟ ਲਾ, ਨਹੀਂ ਨਹੀਂ ਇੱਥੋਂ ਕੱਢ, ਉਹ ਉੱਥੇ 40 ਫੁੱਟ ਪੱਟ ਲੈ। ਮੈਂ ਨਾ ਭਾਵੇਂ ਸਾਰਾ ਖੇਤ ਪੱਟ ਦਿਓ, ਤੁਹਾਡਾ ਪਾਣੀ ਨਿਕਲੂ। ਪਾਣੀ ਤਾਂ ਉੱਥੇ ਹੀ ਨਿਕਲਣਾ ਜਿੱਥੇ ਇੱਕ ਵਾਰੀ ਬੋਰ ਸ਼ੁਰੂ ਕਰਤਾ, ਚੱਲੀ ਗਿਆ ਚੱਲੀ ਗਿਆ ਚੱਲੀ ਗਿਆ। ਹੌਲੀ ਹੌਲੀ ਰੇਤਾ ਨਿਕਲਿਆ, ਫਿਰ ਥੋੜ੍ਹਾ ਜਿਹਾ ਪਾਣੀ ਗੰਧਲਾ ਜਿਹਾ ਨਿਕਲਦਾ, ਫਿਰ ਹੌਲੀ ਹੌਲੀ ਸਾਫ਼ ਪਾਣੀ ਨਿਕਲਦਾ, ਫਿਰ ਕਹਿੰਦਾ ਪਾਣੀ ਆ ਗਿਆ। ਇੱਕ ਸ਼ਬਦ ਉੱਤੇ ਜਿਹੜੀਆਂ ਇੱਥੇ ਹੀ ਸਾਰੇ ਅਭਿਆਸੀ ਬੈਠੇ ਆ, ਅੱਜ ਇਹਨਾਂ ਨੇ 5 ਸਾਲ ਬਾਬਾ ਜੀ ਨੇ ਕਿਹਾ ਸੀ ਆਪਾਂ ਅਭਿਆਸ ਕਰਨਾ ਹੈ। ਬਾਬਾ ਭੋਲਾ ਜੀ ਨੂੰ ਜਾਂ ਹੋਰ ਸਿੰਘਾਂ ਨੂੰ ਇੱਥੇ ਆਉਣ ਨੂੰ ਪੁੱਛੋ, ਪੂਰੇ 5 ਸਾਲ ਇੱਕ ਸ਼ਬਦ ਦਾ ਇੱਕ ਟੱਕ 5 ਸਾਲ ਅਭਿਆਸ ਕਰੋ, ਮਿੱਥ ਕੇ ਬਹਿ ਜਾਓ ਇੱਥੇ। ਇਹ 5 ਸਾਲ ਤਾਂ ਵੈਸੇ ਜ਼ਿਆਦੇ ਆ, ਮੈਂ ਕਹਿੰਦਾ ਹੋ ਸਕਦਾ 6 ਮਹੀਨੇ ਸਾਲ 'ਚ ਹੀ ਕੰਮ ਬਣ ਜਾਏ ਆਪਣਾ, ਕਿਉਂਕਿ ਬਾਬਾ ਜੀ ਨੇ ਤਾਂ ਵੱਡਾ ਕੰਮ ਕਰਨ ਕਰਕੇ ਬਹੁਤ ਹੀ ਮਿਹਨਤ ਕੀਤੀ ਹੈ, ਬਚਪਨ ਤੋਂ ਹੀ ਲੈ ਕੇ ਇਸ ਪਾਸੇ ਲੱਗੇ ਹੋਏ ਆ। ਜੇ ਤੁਸੀਂ ਚਲੋ ਮੇਰੀ ਗੱਲ ਮੰਨ ਲਓ, 5 ਸਾਲਾਂ ਦੇ ਵਿੱਚ ਥਿਰਕਰ ਬੈਸੋ ਹੀ ਲੈ ਲਓ, 5 ਸਾਲਾਂ ਵਿੱਚ ਇਹਨੂੰ 5, 10 ਲੱਖ, 20 ਲੱਖ ਕਰ ਦਿਓ, ਲੋਕ ਤੇ ਪ੍ਰਲੋਕ ਦੋਨੇ ਹੀ ਸਮਰ ਜਾਣੇ ਆ। ਤੇ ਨਾਲ ਤੁਹਾਨੂੰ ਇੱਥੇ ਪਦਾਰਥ ਦੀ ਕੋਈ ਕਮੀ ਨਹੀਂ, ਤੇ ਨਾ ਉੱਪਰ ਵੀ ਕੋਈ ਕਮੀ ਰਹਿਣੀ ਨਹੀਂ। ਤੁਹਾਨੂੰ ਲੋਕ ਕਹਿਣਗੇ ਆਓ ਸੰਤ ਜੀ, ਆਓ ਮਹਾਂਪੁਰਸ਼ੋ ਬੈਠੋ, ਆਓ ਗੁਰਸਿੱਖੋ, ਆਓ ਜੀ ਗੁਰਮੁਖੋ। ਕਿਉਂਕਿ ਥਿਰਕਰ ਬੈਸੋ ਵਿੱਚ ਕਪਾਟ ਵੀ ਖੁੱਲ੍ਹ ਜਾਂਦੇ ਆ, ਜੋਤ ਵੀ ਪ੍ਰਗਟ ਹੋ ਜਾਂਦੀ ਹੈ, ਪਦਾਰਥਾਂ ਦੀ ਵੀ ਕਮੀ ਨਹੀਂ ਰਹਿੰਦੀ, ਰਿੱਧੀਆਂ ਸਿੱਧੀਆਂ ਦੀ ਵੀ ਸਾਰੀ ਪ੍ਰਾਪਤੀ ਹੋ ਜਾਂਦੀ ਜੇ ਚਾਹੁੰਦੇ ਹੋ ਤਾਂ। ਇੱਕ ਸਿੰਘ ਸਾਡੇ ਨਾਲ ਹੁੰਦਾ ਸੀ, ਭਾਈ ਦਲਬੀਰ ਸਿੰਘ ਅਭਿਆਸੀ, ਸਾਰੇ ਜਾਣਦੇ ਉਹਨਾਂ ਨੂੰ, ਸੰਤਾਂ ਦੇ ਨਾਲ ਸੀ ਉਹ ਬਸ ਅਭਿਆਸ ਹੀ ਕਰਦਾ ਸੀ, ਸਰੋਵਰ ਦੇ ਕਿਨਾਰੇ ਬੈਠਾ ਹੀ ਰਹਿੰਦਾ ਹੁੰਦਾ ਸੀ। ਉਹ ਸਾਨੂੰ ਦੱਸਦਾ ਨਹੀਂ ਸੀ ਹੁੰਦਾ ਮੈਂ ਕੀ ਕਰਦਾ। ਕੱਲ੍ਹ ਵੀ ਕੋਈ ਮੈਨੂੰ ਅਭਿਆਸੀ ਮਿਲਿਆ, ਮੈਨੂੰ ਉਹਨੇ ਇਹੀ ਜਿਹੀ ਗੱਲ ਸੁਣਾਈ, ਮੈਂ ਬਸ ਚੁੱਪ ਕਰ, ਅੱਗੇ ਲੋਕ ਮੇਰੇ ਬਹੁਤ ਮਗਰ ਪੈਂਦੇ ਆ, ਤੂੰ ਬਸ ਕਰ, ਆਹ ਗੱਲ ਨਾ ਕਿਸੇ ਨੂੰ ਦੱਸਦੀ, ਕਿਤੇ ਪੰਗਾ ਪੈ ਜਾਊ ਆਪਾਂ ਨੂੰ। ਕਿ ਜਦੋਂ ਜਾਪ ਇੱਥੇ ਹੈ ਨਾ, ਦੇਖੋ ਆਹ ਜਾਪ ਹੈ ਨਾ, ਇਹਦੇ ਨਾਲੋਂ 100 ਗੁਣਾ ਵੱਧ ਆਹ ਕੰਠ ਵਾਲਾ ਜਾਪ ਚੱਲ ਪੈਂਦਾ। ਜੇ ਇੱਥੇ ਸ਼ਬਦ ਕਰੀਏ ਤਾਂ 100 ਗੁਣਾ, ਇੱਥੇ ਇੱਕ ਵਾਰ ਪੜ੍ਹਨਾ ਨਾ, ਇੱਥੇ 100 ਵਾਰੀ ਹੋ ਜਾਂਦਾ। ਉਹ ਅੱਗੇ ਚੱਲ ਕੇ ਇਹੀ ਸ਼ਬਦ ਫਿਰ ਹੋਰ 1000 ਗੁਣਾ ਵੱਧ ਜਾਂਦਾ। ਧੁੰਨੀ ਦੇ ਵਿੱਚ ਜਾ ਕੇ ਤਾਂ ਇੰਨਾ ਤੇਜ਼ ਹੋ ਜਾਂਦਾ ਵੀ ਫਿਰ ਗੱਪ ਵਾਲੀ ਗੱਲ ਹੋ ਜਾਂਦੀ ਬਸ। ਜਿਹੜਾ ਕਿ ਮੇਰਾ ਤਖੱਲਸ ਹੈ ਗੱਪੀ, ਵੀ ਇਹ ਗੱਪ ਮਾਰਦਾ। ਕੱਲ੍ਹ ਉਹਨਾਂ ਨੇ ਮੈਨੂੰ ਕਿਹਾ ਜੀ, ਅਭਿਆਸੀ ਸੀਗੇ, ਕਹਿੰਦੇ ਜਪਜੀ ਸਾਹਿਬ ਦੇ ਇੰਨੇ ਕੁ ਪਾਠ ਇੰਨੇ ਚਿਰ 'ਚ। ਮੈਂ ਕਿਹਾ ਚੁੱਪ ਕਰ ਜਾ, ਕਿਸੇ ਹੋਰ ਕੋਈ ਗੱਲ ਨਾ ਕਰਦੀ, ਲੋਕੀ ਤੇ ਇੱਕ ਜਪਜੀ ਸਾਹਿਬ ਮਸਾਂ ਪੜ੍ਹਦੇ ਆ। ਇਸ ਕਰਕੇ ਆਹ ਦੇਖੋ ਸਪੀਡ ਆ, ਇਹ ਪਹਿਲਾ ਗੇਅਰ ਲਾ ਲਓ ਬਈ, ਪਹਿਲੇ ਗੇਅਰ 'ਚ ਗੱਡੀ ਕਿੰਨੀ ਕੁ ਦੌੜਦੀ ਹੈ, ਦੂਜਾ, ਤੀਜਾ, ਚੌਥਾ, ਫਿਰ ਆਹ ਰੋਮਾਂ 'ਚ ਆ ਜਾਂਦਾ ਟੌਪ। ਇੱਕ ਵਾਰ ਵਾਹਿਗੁਰੂ ਕਹੋ, 3.5 ਕਰੋੜ ਵਾਰੀ ਰੋਮ ਸਾਰੇ ਕਹਿੰਦੇ ਆ ਵਾਹਿਗੁਰੂ। ਹੁਣ ਜਿਹਦੇ ਕੋਲ 3.5 ਕਰੋੜ ਰੁਪਈਏ ਦੀ FD ਹੈ, ਉਹਦਾ ਫੇਰ ਗਾਂਹ ਵਧਣਾ ਬਹੁਤ ਜ਼ਿਆਦਾ। ਇਸ ਕਰਕੇ ਇਹ ਜਿਹੜਾ ਅਭਿਆਸ ਹੁੰਦਾ, ਇਹਦੇ ਵਿੱਚ ਵਾਧਾ ਹੀ ਹੁੰਦਾ ਰਹਿੰਦਾ ਲਗਾਤਾਰ। ਉਹ ਗੁਰੂ ਨਾਨਕ ਦੇਵ ਜੀ ਨੂੰ ਕਹਿੰਦਾ ਸੀ ਨਾ ਬਗਦਾਦ ਵਾਲਾ ਪੀਰ, ਕਿ ਅਸੀਂ ਤੁਹਾਡੇ ਤਾਂ ਰੋੜੇ ਮਾਰਦੇ ਸੀ ਕਿ ਤੁਸੀਂ ਗੱਪ ਬਹੁਤ ਮਾਰੀ ਹੈ, ਝੂਠ ਬੋਲਦੇ ਹੋ ਤੁਸੀਂ। ਇਹ ਇਕੱਲਾ ਮੈਨੂੰ ਨਹੀਂ ਕਹਿੰਦੇ, ਉਹਨਾਂ ਨੂੰ ਵੀ ਕਹਿੰਦੇ ਸੀ। ਕਹਿੰਦੇ ਮੈਂ ਕੀ ਝੂਠ ਬੋਲਿਆ? ਕਹਿੰਦੇ ਕੁਰਾਨ ਸ਼ਰੀਫ 'ਚ ਮੁਹੰਮਦ ਜੀ ਨੇ ਲਿਖਿਆ 7 ਆਕਾਸ਼ 7 ਪਤਾਲ, ਤੁਸੀਂ ਕਹਿੰਦੇ ਪਾਤਾਲਾਂ ਪਾਤਾਲ, ਲੱਖ ਆਗਾਸਾਂ ਆਗਾਸ। ਇਹ ਝੂਠ ਨਹੀਂ ਤਾਂ ਹੋਰ ਕੀ? ਐਡਾ ਵੱਡਾ ਗੱਪ। ਮਹਾਰਾਜ ਜੀ ਕਹਿੰਦੇ ਦੇਖੋ
ਮੁਹੰਮਦ ਜੀ ਆਪਣੀ ਜਗ੍ਹਾ ਠੀਕ ਹੈ, ਉਹਨਾਂ 7 ਦੇਖੇ 7 ਲਿਖੇ। ਮੈਂ ਲੱਖਾਂ ਦੇਖੇ, ਮੈਂ ਲੱਖਾਂ ਲਿਖੇ। ਇਹ 'ਚ ਝੂਠ ਵਾਲੀ ਤਾਂ ਕੋਈ ਗੱਲ ਨਹੀਂ। ਕਹਿੰਦਾ ਮੇਰਾ ਮਨ ਤਾਂ ਮੰਨਦਾ ਨਹੀਂ ਇਸ ਗੱਲ ਨੂੰ। ਕਹਿੰਦੇ ਚੱਲ ਫਿਰ ਚੱਲੀਏ, ਦਿਖਾ ਕੇ ਲਿਆਈਏ। ਕਹਿੰਦਾ ਮੈਂ ਤਾਂ ਹੁਣ ਬਿਰਧ ਸਰੀਰ ਹੋ ਗਿਆ, ਮੇਰੇ ਲੜਕੇ ਨੂੰ ਲੈ ਜਾਓ। ਮਹਾਰਾਜ ਜੀ ਕਹਿੰਦੇ ਕੋਈ ਨਾਲ ਕਚਕੌਲ ਜਿਹਾ ਇੱਕ ਬਾਟਾ ਜਿਹਾ ਲੈ ਲਓ, ਫਿਰ ਪ੍ਰਸ਼ਾਦ ਵੀ ਲੈ ਕੇ ਆਵਾਂਗੇ ਸੰਗਤਾਂ ਤੋਂ। ਅੱਖਾਂ ਬੰਦ ਕਰਾਈਆਂ। ਸਿਰਫ ਇੱਥੇ ਕਿੰਨੇ ਮਿੰਟ ਹੋਏ ਨੇ? 2 ਮਿੰਟ। ਉਧਰ ਕਿੰਨੇ ਹੀ ਸਾਲ ਲੰਘ ਗਏ। ਇਹਨੂੰ ਮਾਇਆ ਹੀ ਕਹਿੰਦੇ ਆ। ਖੰਡਾਂ ਬ੍ਰਹਿਮੰਡਾਂ ਦਾ ਗੇੜਾ ਲਵਾ ਕੇ ਉਹ ਕਹਿੰਦਾ ਮਹਾਰਾਜ ਕਿੰਨੇ ਸਾਲ ਹੋ ਗਏ ਆਇਆਂ ਨੂੰ, ਹੁਣ ਤਾਂ ਪਿਤਾ ਜੀ ਵੀ ਵਿਚਾਰੇ ਬਜ਼ੁਰਗ ਸੀ, ਚੜ੍ਹਾਈ ਨਾ ਕਰ ਜਾਣ, ਚੱਲੀਏ। ਕਹਿੰਦੇ ਚਲੋ। ਜਦੋਂ ਪ੍ਰਗਟ ਹੋਏ ਤਾਂ ਉਹ ਬਾਟਾ ਭਰਿਆ ਸੀ ਪ੍ਰਸ਼ਾਦ ਦਾ। ਕਹਿੰਦੇ ਜਿੱਥੇ ਜਾਂਦੇ ਸੀ ਗੁਰੂ ਨਾਨਕ ਦੀ ਸੰਗਤ, ਜਿੱਥੇ ਜਾਂਦੇ ਗੁਰੂ ਨਾਨਕ ਸਾਹਿਬ ਦੀ ਸੰਗਤ, ਕਹਿੰਦਾ ਇੰਨਾ ਇੰਨਾ ਪ੍ਰਸ਼ਾਦ ਹਰ ਥਾਂ ਤੋਂ ਲਿਆ ਪਿਤਾ ਜੀ, ਕੌਲ ਭਰ ਗਿਆ ਐਡਾ ਵੱਡਾ। ਇਹ 'ਚ ਕੀ ਗੱਪ ਹੈ? ਉਹਨਾਂ 7 ਦੇਖੇ, ਉਹਨਾਂ 7 ਲਿਖੇ। ਜਿਹਨੇ ਲੱਖਾਂ ਦੇਖੇ ਉਹਨਾਂ ਲੱਖਾਂ ਲਿਖੇ। ਜਦੋਂ ਗੁਰਬਾਣੀ ਦੇ ਨਾਲ ਅਵਸਥਾ ਬਣਦੀ ਹੈ, ਅਸਲ ਵਿੱਚ ਗੱਲ ਇਹ ਹੁੰਦੀ ਹੈ ਜਿਹੜੀ ਸਾਧੂ ਸੰਤਾਂ ਦੀ ਅਵਸਥਾ ਹੈ, ਗੁਰਮੁਖਾਂ ਦੀ ਅਵਸਥਾ ਹੈ। ਮੈਨੂੰ ਕਈ ਮਹਾਤਮਾ ਨੇ 20 ਸਾਲ ਪਹਿਲਾਂ ਤੋਂ ਇਹ ਕਹਿਤਾ ਸਟੇਜ 'ਤੇ ਨਾ ਸੁਣਾਇਆ ਕਰ ਗੱਲਾਂ। ਉਹ ਮੈਂ ਕਿਹਾ ਇਹਨਾਂ ਨੇ ਇਹ ਜਿਵੇਂ ਆਏ ਨਾ ਕੋਰੇ ਦੇ ਕੋਰੇ ਹੀ ਚਲੇ ਜਾਣਾ, ਇਹਨਾਂ ਨੂੰ ਕੁਛ ਦੱਸੋ। ਜੇ ਹੋ ਸਕਦਾ 100 ਚੋਂ 20-30 ਤਾਂ ਲੰਘ ਹੀ ਜਾਣਗੇ, ਉਹ ਵੱਡੀਆਂ ਅਵਸਥਾ ਚਲੇ ਤਾਂ ਜਾਣ ਦਿਓ। ਮੈਂ ਉਹਦੇ ਨਾਲ ਪ੍ਰਮਾਣ ਦਿੱਤੇ ਨੇ। ਹੁਣ ਕਲਗੀਧਰ ਮਹਾਰਾਜ ਜੀ ਲਿਖਦੇ ਨੇ ਆਤਮ ਰਸ ਜਿਹ ਜਾ ਨਹੀਂ, ਨੌ ਨਿੰਦ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਮਹਾਰਾਜ ਜੀ ਕਹਿੰਦੇ ਆਤਮ ਰਸ ਜੇ ਜਾ ਨਹੀਂ। ਹੁਣ ਦੇਖੋ ਇਹ ਸਰੀਰ ਹੈ, ਇਹ ਤੇ ਰਸ ਸਰੀਰ ਕੇ ਰਸ ਸੋਇਨਾ, ਰਸ ਰੂਪਾ ਕਾਮਣ, ਰਸ ਪਰਮਲ ਕੀ ਬਾਸ, ਰਸ ਘੋੜੇ, ਰਸ ਸੇਜਾ ਮੰਦਰ, ਰਸ ਮੀਠਾ, ਰਸ ਮਾਸ, ਇਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਇਹ ਤਾਂ ਸਰੀਰ ਦੇ ਰਸ ਹੈ। ਅੱਖਾਂ ਦਾ ਰਸ ਵੱਖਰਾ ਦੇਖਣਾ, ਕੰਨਾਂ ਦਾ ਸੁਣਨਾ, ਨੱਕ ਦੀ ਸੁਗੰਧੀ ਹੈ, ਜੀਭ ਦਾ ਰਸ ਵੱਖਰਾ, ਸ਼ਬਦ ਸਪਰਸ਼ ਰਸ ਰੂਪ ਗੰਧ ਵੱਖਰੇ ਨੇ। ਪਰ ਇਹਨਾਂ 'ਚੋਂ ਆਤਮਕ ਰਸ ਤਾਂ ਕੋਈ ਵੀ ਹੈ ਨਹੀਂ। ਆਤਮਾ ਤਾਂ ਅੰਦਰ ਹੈ। ਆਤਮਕ ਰਸ ਜਦੋਂ ਪ੍ਰਗਟ ਹੁੰਦਾ, ਜਦੋਂ ਕੋਈ ਵੀ ਅਭਿਆਸੀ ਆ ਕੇ ਕਹਿੰਦਾ ਮੇਰੇ ਇੱਥੇ ਐਂ ਹੁੰਦਾ ਐਂ ਹੁੰਦਾ, ਸਭ ਤੋਂ ਪਹਿਲਾ ਮੀਟਰ ਕੀ ਆ? ਉਹਨੂੰ ਪੁੱਛਿਆ ਮੂੰਹ 'ਚ ਮਿਠਾਸ ਆਉਂਦੀ ਹੈ? ਹਾਂ ਮਿੱਠਾ ਤਾਂ ਬਹੁਤ ਆਉਂਦਾ, ਘੁੱਟਾਂ ਹੀ ਲੰਘਦੀਆਂ ਅੰਦਰ ਨੂੰ, ਬਸ ਇਹ ਮੀਟਰ ਆ ਉਹਦਾ। ਵੀ ਜਦੋਂ ਮੂੰਹ ਦੇ ਵਿੱਚ ਮਿਠਾਸ ਆਉਣ ਲੱਗ ਜੇ ਤਾਂ ਸਮਝ ਲਓ ਕੋਈ ਨਾ ਕੋਈ ਕਿਰਪਾ ਆਪਣੇ ਹੈ ਮਹਾਰਾਜ ਦੀ, ਔਰ ਅਵਸਥਾ ਬਣਨ ਲੱਗੀ ਹੈ। ਇਸ ਕਰਕੇ ਜਦੋਂ ਵੀ ਆਪਾਂ ਆਤਮਕ ਰਸ ਵਿੱਚ ਧਿਆਨ ਦਿੰਦੇ ਹਾਂ, ਆਤਮਕ ਰਸ ਜਿਹੜਾ ਹੈ, ਆਤਮ ਰਸ ਜੇ ਜਾਨਹੀ ਸੋ ਹੈ ਖਾਲਸ ਦੇ, ਪ੍ਰਭ ਮੈਂ ਮੋਹ ਮੈਂ ਤਾਸ ਮੈਂ, ਰੰਚਕ ਨਾਹੀ ਭੇਵ। ਗੁਰਬਾਣੀ ਕਹੈ ਸੇਵਕ ਜਨ ਮੰਨੈ, ਮੰਨਣਾ ਚਾਹੀਦਾ ਆਪਾਂ ਨੂੰ। ਮੈਂ ਤਾਂ ਬੜਾ ਜ਼ੋਰ ਲਾਉਣਾ ਮਹਾਰਾਜ ਜੀ ਨੂੰ ਵੀ ਹੁਣ ਬੱਸ ਕਰੀਏ, ਇਹਨਾਂ ਨੂੰ ਸੁਣਾ ਕੇ ਤਾਂ ਥੱਕ ਗਏ ਹਾਂ ਅਸੀਂ, ਇਹ ਤਾਂ ਸੁਣਦੇ ਹੀ ਨਹੀਂ ਅੱਗਿਓਂ। ਵੀ ਮੈਨੂੰ ਆਪਣਾ ਕਰਨ ਦਿਓ, ਜਿਹਨੂੰ ਪਤਾ ਵੀ ਐਂ ਹੋ ਜਾਂਦਾ ਸਾਡੇ ਲਈ ਸੌਖਾ। ਕਹਿੰਦੇ ਨਹੀਂ ਆਪਣਾ ਕਰਕੇ ਤੇ ਫਿਰ ਤੁਸੀਂ ਉੱਥੇ ਸਮਾਧੀਆਂ ਲਾ ਕੇ ਬਹਿ ਜਾਣਾ। ਕਰਾਉਣਾ ਤਾਂ ਇਹਨਾਂ ਨੂੰ ਆ, ਇਹ ਜਿਹੜੇ ਬੈਠੇ ਨੇ ਜਿਹੜੇ ਕਹਿੰਦੇ ਅਸੀਂ ਖਾਲਸੇ ਆ, ਇਹਨਾਂ ਨੂੰ ਕਰਾਉਣਾ ਆਪਾਂ ਨੇ। ਤੇ ਇਸ ਕਰਕੇ ਆਤਮ ਰਾਜੇ ਜਾਨਹੀ ਸੋ ਹੈ ਖਾਲਸ ਦੇ, ਪ੍ਰਭ ਮੈਂ ਮੋਹ ਮੈਂ ਤਾਸ ਮੈਂ, ਰੰਚਕ ਨਾਹੀ ਭੇਵ। ਉਹਨੂੰ ਕਹਿੰਦੇ ਖਾਲਸਾ ਮੇਰਾ ਰੂਪ ਹੈ ਖਾਸ। ਇੱਥੇ ਆ ਗਿਆ ਨਾ, ਆਤਮਿਕ ਜੋਤ ਪ੍ਰਗਟ ਹੋ ਗਈ, ਮਿਹਨਤ ਕੀਤੀ, ਹੁਣ ਹੈ ਖਾਲਸਾ ਮੇਰਾ ਰੂਪ ਹੈ ਖਾਸ। ਖਾਲਸੇ ਮੈਂ ਉਹ ਕਰੋ ਨਿਵਾਸ ਕਿਵੇਂ? ਕਿਉਂਕਿ ਪ੍ਰਗਟ ਹੋ ਗਿਆ ਅੰਦਰੋਂ, ਆਪ ਹੀ ਅੰਦਰ ਪ੍ਰਗਟ ਹੋਏ ਬੈਠੇ ਨੇ। ਭਾਈ ਕਨ੍ਹਈਆ ਜੀ ਦੇ ਅੰਦਰ, ਭਾਈ ਨੰਦ ਲਾਲ ਜੀ ਕਹਿੰਦੇ ਰੂਹ ਹਰਦਰ ਜਿਸਮ ਗੁਰੂ ਗੋਬਿੰਦ ਸਿੰਘ, ਮੈਨੂੰ ਤਾਂ ਦੂਜਾ ਦਿਖਦਾ ਹੀ ਨਹੀਂ ਹੈ, ਤੁਸੀਂ ਵੀ ਨਜ਼ਰ ਆਉਂਦੇ ਹੋ ਸਾਰਿਆਂ ਦੇ ਵਿੱਚ। ਜਿੱਥੇ ਬਾਣੀ ਉੱਥੇ ਬਾਣਾ, ਦੋਨੇ ਚੀਜ਼ਾਂ ਨੂੰ ਸੰਭਾਲ ਕੇ ਰੱਖਣਾ। ਜੋਸ਼ ਅਤੇ ਹੋਸ਼, ਇਹਨਾਂ ਦੋਨਾਂ ਦਾ ਖਿਆਲ ਰੱਖਣਾ। ਕਈ ਵਾਰ ਹੁੰਦਾ ਇਕੱਲਾ ਹੀ ਜੋਸ਼ ਆ ਜਾਂਦਾ, ਬਸ ਇੱਥੇ ਜੋਸ਼ ਤੁਹਾਨੂੰ ਦਵਾ ਦਿੰਦੇ ਸਾਰਿਆਂ ਨੂੰ, ਉੱਥੇ ਜਾ ਕੇ ਲੜ ਪਓ ਕਿਸੇ ਨਾਲ, ਮੁੜ ਕੇ ਕਹੋ ਬਸ ਜੋਸ਼ 'ਚ ਸੁਣ ਕੇ ਆਏ ਸੀ ਅਤੇ ਸਿਰ 'ਚ ਮਾਰੀ ਕਿਰਪਾਨ, ਫਿਰ ਹੁਣ 20 ਸਾਲ ਹੀ ਹੋ ਗਈ ਮੈਨੂੰ, ਬੈਠਾ ਰਹਿ ਫਿਰ ਉੱਥੇ। ਇਹ ਜੋਸ਼ ਉਹ ਨਹੀਂ ਗਾ। ਜੋਸ਼ ਅਤੇ ਹੋਸ਼, ਹੋਸ਼ ਉਦੋਂ ਰਹੂਗੀ ਜਦੋਂ ਅੰਦਰ ਪ੍ਰਕਾਸ਼ ਹੋਊਗਾ।
ਪ੍ਰਕਾਸ਼ ਵਾਲਾ ਖਾਲਸਾ ਬਣੋ, ਨਾ ਕਿ ਐਵੇਂ ਹੀ ਖਾਲਸਾ ਬਣ ਜਾਓ। ਜਦੋਂ ਪ੍ਰਕਾਸ਼ ਹੈ, ਮਹਾਂਪੁਰਖਾਂ ਦੇ ਲੈਕਚਰ ਵਿੱਚ ਬੜੀ ਜਾਨ ਸੀ। ਲੋਕ ਕਹਿੰਦੇ ਜਿਹੜਾ ਸੰਤ ਜਰਨੈਲ ਸਿੰਘ ਦਾ ਇੱਕੋ ਹੀ ਲੈਕਚਰ ਹੁੰਦਾ ਸੀ ਨਾ, ਉਹਦਾ ਲੈਕਚਰ ਹੀ ਲਿਖੇ ਹੋਏ ਵੀ ਲੈਕਚਰ ਦਿੱਤੇ ਉਹਨਾਂ ਨੇ, ਜਿਹਨਾਂ CD ਬਣਾਈ ਹੈ। ਵੈਸੇ ਤਾਂ ਉਹ ਇੱਕ ਤਰ੍ਹਾਂ ਦੀ ਕਥਾ ਹੀ ਸੀ। ਕਹਿੰਦੇ ਜਦੋਂ ਦਿੰਦੇ ਸੀ ਤਾਂ ਬੰਦੇ 'ਚ ਜਾਨ ਪਾਉਂਦੇ ਸੀ। ਉਹ ਜਾਨ ਪਾਉਂਦੇ ਸੀ, ਅੰਦਰ ਕੁਝ ਹੈਗਾ ਸੀ ਤਾਂ ਹੀ ਜਾਨ ਪਾਉਂਦੇ ਸੀ। ਉਹ ਤੁਸੀਂ ਕਰੀ ਜਾਓਗੇ ਲੈਕਚਰ, ਤੁਹਾਡੀ ਕੋਈ ਸੁਣਦਾ? ਅਗਲਾ ਕੋਈ ਜਬਲੀਆਂ ਮਾਰਦਾ। ਕੋਈ ਮਹਾਂਪੁਰਖ ਬੋਲਦਾ ਤਾਂ ਕਹਿਣਗੇ ਮਹਾਂਪੁਰਖਾਂ ਦੇ ਬਚਨ ਨੇ। ਇਸ ਕਰਕੇ ਪਹਿਲਾਂ ਆਪਣੇ ਅੰਦਰ ਇੱਥੇ ਰਹਿ ਕੇ ਸਾਲ ਵਿੱਚ 2 ਮਹੀਨੇ ਬਾਬਾ ਜੀ ਕੋਲ ਲਾਇਆ ਕਰੋ ਕਿ ਬਾਬਾ ਜੀ ਚਲੋ ਬਹੁਤਾ ਨਹੀਂ ਤੇ 40 ਦਿਨ, ਸਵਾ ਮਹੀਨਾ, 2 ਮਹੀਨੇ ਕਿਸੇ ਸ਼ਬਦ ਦਾ ਅਭਿਆਸ ਹੀ ਕਰਾ ਦਿਓ ਮੈਨੂੰ। ਇੱਥੇ ਰਹਿ ਕੇ ਅਭਿਆਸ ਕਰੋ। ਕੱਲ੍ਹ ਮੇਰੇ ਕੋਲ 2 ਸਿੰਘ ਆਏ, ਕਹਿੰਦੇ ਅਸੀਂ ਪਹਿਲਾਂ ਦਾੜੀ ਕੇਸ ਮੁੰਨੇ ਸੀ, ਅਸੀਂ ਕਥਾ ਸੁਣ ਕੇ ਅੰਮ੍ਰਿਤ ਛਕਿਆ, ਬੜੀ ਸੋਹਣੀਆਂ ਸ੍ਰੀ ਸਾਹਿਬਾਂ ਵੱਡੀਆਂ ਫੜੀਆਂ, ਬੜੇ ਤਿਆਰ ਪ੍ਰਤਿਆਰ। ਕਹਿੰਦੇ ਗਿਆਨੀ ਜੀ ਇੱਕ ਇੱਛਾ। ਮੈਂ ਕੀ? ਕਹਿੰਦੇ ਅਸੀਂ ਹਜੂਰ ਸਾਹਿਬ ਜਾ ਕੇ ਸਾਲ ਬ੍ਰਹਮ ਕਵਚ ਕਰੀਏ। ਮੈਂ ਧੰਨ ਭਾਗ ਤੁਹਾਡੇ ਚਰਨਾਂ 'ਤੇ ਸਿਰ ਰੱਖਾਂ ਵੀ ਇਹੋ ਜਿਹਾ ਕੋਈ ਲੱਭਦਾ ਮਾਂ ਦਾ ਪੁੱਤ ਜਿਹੜਾ ਘਰ ਛੱਡ ਕੇ ਹਜੂਰ ਸਾਹਿਬ ਜਾ ਕੇ ਭਗਤੀ ਕਰੇ। ਹਜੂਰ ਸਾਹਿਬ ਹੈੱਡਕੁਆਟਰ ਆਪਣਾ, ਸਾਰੀਆਂ ਬਖਸ਼ਿਸ਼ਾਂ ਹਜੂਰ ਸਾਹਿਬ ਤੋਂ ਹੀ ਹੁੰਦੀਆਂ। ਮੇਰਾ ਵੀਰ ਮੰਨ ਕੇ ਮੇਰੀ ਗੱਲ, ਜ਼ਰੂਰ ਹਜੂਰ ਸਾਹਿਬ ਮਹੀਨਾ, 2 ਮਹੀਨੇ, 3 ਮਹੀਨੇ ਉੱਥੇ ਬਹਿ ਕੇ ਬੰਦਗੀ ਕਰਕੇ ਆਇਆ ਕਰੋ। ਬਹੁਤ ਕਿਰਪਾ ਹੁੰਦੀ ਸੱਚੇ ਪਾਤਸ਼ਾਹ। ਹਜੂਰ ਸਾਹਿਬ, ਖਡੂਰ ਸਾਹਿਬ, ਖਡੂਰ ਸਾਹਿਬ, ਹਜੂਰ ਸਾਹਿਬ। ਮਹਾਰਾਜ ਨੇ ਵਰ ਵੀ ਦਿੱਤਾ, ਇੱਕੋ ਹੀ ਨੇ ਦੋਵੇਂ। ਇਸ ਕਰਕੇ ਸੰਗਤਾਂ ਸਾਰੀਆਂ ਜੇ ਕਿਤੇ ਵੀ ਨਹੀਂ ਤਾਂ ਬੜੀ ਸ਼ਾਂਤਮਈ ਜਗ੍ਹਾ ਹੈ, ਬਹੁਤ ਕਿਰਪਾ ਇੱਥੇ। ਔਰ 2 ਮਹੀਨੇ 4 ਇੱਥੇ ਬੈਠ ਕੇ ਬੰਦਗੀ ਕਰੋ, ਆਪਣੇ ਆਪ ਜੋਤ ਪ੍ਰਗਟ ਕਰੋ। ਜੋ ਗੁਰ ਗਾਹ ਕਹੈ ਸੋਈ ਭਲ ਮਾਨੂ, ਗੁਰਬਾਣੀ ਕਹੈ ਸੇਵਕ ਜਨ ਮਾਨੈ। ਜੇ ਮੰਨ ਲਓਗੇ, ਹੁਣ ਜਿਹੜਾ ਸਰੂਪ ਦੇਖਦੇ ਹੋ ਗੁਰੂ ਗ੍ਰੰਥ ਸਾਹਿਬ ਦਾ, ਇਸੇ ਸਰੂਪ ਵਿੱਚ ਕੀ ਆਊਗਾ? ਪ੍ਰਤੱਖ ਗੁਰੂ ਨਿਸਤਾਰੇ, ਪ੍ਰਤੱਖ ਗੁਰੂ ਨਾਨਕ ਸਾਹਿਬ ਬੈਠੇ ਦਿਖਣਗੇ। ਫਿਰ ਪ੍ਰਤੱਖ ਜੋਤ ਐ, ਚਾਰੇ ਪਾਸੇ ਪ੍ਰਕਾਸ਼ ਦਿਖੂਗਾ। ਜਿਨ੍ਹਾਂ ਨੂੰ ਦਿਖਿਆ ਉਹ ਮੈਨੂੰ ਕਹਿੰਦੇ ਉਹ ਦਿਖਿਆ ਮੈਨੂੰ, ਪ੍ਰਕਾਸ਼ ਦਿਖਿਆ। ਔਰ ਮਹਾਰਾਜ ਜੀ ਬੈਠੇ ਵੀ ਦਿਖੇ। ਜਿਹੜੇ ਸਰੂਪ ਦਾ ਫੁਰਨਾ ਕਰੋਗੇ, ਇਹਨੂੰ ਚਾਹੇ ਹੁਣ ਤੁਸੀਂ ਝੂਠ ਮੰਨੋ ਜਾਂ ਸੱਚ ਮੰਨੋ, ਮਿਹਨਤ ਕਰੋ, ਦੇਖੋ। ਸਤਿਗੁਰੂ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ, ਕਿਉਂਕਿ ਸਮਾਂ ਆਪਣਾ ਸਮਾਪਤ ਹੋ ਚੁੱਕਿਆ। ਬਹੁਤ ਬਹੁਤ ਧੰਨਵਾਦ ਹੈ ਸਤਿਗੁਰੂ ਗ੍ਰੰਥ ਸਾਹਿਬ ਜੀ ਦਾ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ, ਬਾਬਾ ਰਾਮ ਸਿੰਘ ਜੀ ਦਾ, ਭਾਈ ਭੋਲਾ ਜੀ ਦਾ, ਜਿਨ੍ਹਾਂ ਨੇ ਯਾਦ ਕੀਤਾ। ਸੰਗਤਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ। ਪਿਆਰ ਸਤਿਕਾਰ ਨਾਲ ਸਰਬੱਤ ਸੰਗਤਾਂ ਕਥਾ ਸਰਵਣ ਕੀਤੀ ਹੈ, ਬੋਲਿਆ। ਬਹੁਤ ਸਾਰੀਆਂ ਗੱਲਾਂ ਬਾਤਾਂ, ਬਚਨ ਐਸੇ ਨਿਕਲ ਜਾਂਦੇ ਨੇ ਜਿਹੜੇ ਮੇਰੀ ਸਮਝ ਤੋਂ ਪਰੇ ਹੁੰਦੇ ਕਈ ਵਾਰੀ, ਜਾਂ ਆਪ ਕਹੋਗੇ ਵੀ ਮੈਂ ਕਦੇ ਸੁਣਿਆ ਨਹੀਂ। ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ। ਝੁਕਾਓ ਸੀਸ ਗੁਰਾਂ ਦੇ ਅੱਗੇ, ਬੁਲਾਓ ਪਿਆਰ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।